ਪੰਜਾਬ ਦੇ ਵਿੱਚ ਚੋਣਾਂ ਦਾ ਦੌਰ ਚੱਲ ਰਿਹਾ। ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਸਰਗਰਮੀਆਂ ਸਿਖਰ ਤੇ ਨੇ। ਪਰ ਇਹਨਾਂ ਚੋਣਾਂ ਦੇ ਵਿੱਚ ਕਿਉਂਕਿ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਕਿ ਅਗਲੇ 5 ਸਾਲ ਅਸੀਂ ਪੰਜਾਬ ਸੂਬਾ ਕਿਸ ਧਿਰ ਦੇ ਹੱਥ ਦੇ ਵਿੱਚ ਦੇਣਾ ਹੈ ਤੇ ਉਹ ਧਿਰ ਪੰਜਾਬ ਨੂੰ ਫਿਰ ਪੈਰਾਂ ਸਿਰ ਲੈ ਕੇ ਆਵੇ। ਪਰ ਇਹਨਾਂ ਚੋਣਾਂ ਦੇ ਵਿੱਚ ਹੁਣ ਤੱਕ ਦੇਖਣ ਨੂੰ ਇਹ ਗੱਲ ਮਿਲ ਰਹੀ ਹੈ ਕਿ ਸਾਰਾ ਕੁਝ ਹੋ ਰਿਹਾ, ਪਰ ਪੰਜਾਬ ਪੈਰਾਂ ਸਿਰ ਕਿਵੇਂ ਆਵੇ ਉਹਦੀ ਜੜ੍ਹਾਂ ਤੱਕ ਦੀ ਗੱਲ ਜਿਹੜੀ ਹੈ ਉਹ ਥੋੜ੍ਹੀ ਜਿਹੀ ਘੱਟ ਹੋ ਰਹੀ ਹੈ। ਸਾਡੀ ਇੱਛਾ ਹੈ, ਤੁਹਾਡੀ ਸਾਰਿਆਂ ਦੀ ਇੱਛਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੈਰਾਂ ਸਿਰ ਹੋਵੇ ਤੇ ਇਹਦੇ ਲਈ ਹਰ ਪੱਧਰ ਦੇ ਉੱਤੇ ਯਤਨ ਕਰਨੇ ਜ਼ਰੂਰੀ ਨੇ। ਸਿਆਸੀ ਪੱਧਰ ਤੇ, ਪ੍ਰਸ਼ਾਸਨਿਕ ਪੱਧਰ ਤੇ, ਲੋਕਾਂ ਦੇ ਪੱਧਰ ਤੇ, ਭਾਈਚਾਰੇ ਦੇ ਪੱਧਰ ਤੇ। ਤੇ ਅੱਜ ਆਪਾਂ ਇਸੇ ਮੁੱਦੇ ਨੂੰ ਮੁੱਖ ਰੱਖ ਕੇ ਕਿ ਪੰਜਾਬ ਪੈਰਾਂ ਸਿਰ ਕਿਵੇਂ ਆਵੇ, ਕਿੱਥੇ ਕਿੱਥੇ ਕੰਮ ਕਰਨ ਦੀ ਲੋੜ ਹੈ, ਇੱਕ ਅਹਿਮ ਵਿਸ਼ੇ ਦੇ ਉੱਤੇ ਚਰਚਾ ਕਰਨੀ ਹੈ। ਅਹਿਮ ਵਿਸ਼ਾ ਖੇਤੀਬਾੜੀ। ਖੇਤੀਬਾੜੀ, ਜਿਸ ਖੇਤੀਬਾੜੀ ਦੇ ਵਿੱਚੋਂ ਆਮਦਨ ਘਟਣ ਤੇ ਲਾਗਤ ਵਧਣ ਦੇ ਕਰਕੇ ਬਹੁਤ ਸਾਰੀਆਂ ਔਕੜਾਂ ਤੇ ਥੁੜਾਂ ਪੈਦਾ ਹੋਈਆਂ, ਥੁੜਾਂ ਦੇ ਵਿੱਚੋਂ ਕਰਜ਼ਾ ਪੈਦਾ ਹੋਇਆ, ਕਰਜ਼ੇ ਦੇ ਵਿੱਚੋਂ ਖੁਦਕੁਸ਼ੀ ਪੈਦਾ ਹੋਈ, ਬਹੁਤ ਕੁਝ ਘਟਿਆ ਵਾਪਰਿਆ। ਅਸੀਂ ਤੁਸੀਂ ਸਾਰਿਆਂ ਨੇ ਅੱਖੀਂ ਵੇਖਿਆ ਤੇ ਹੱਡੀਂ ਹੰਢਾਇਆ। ਉਹਦੇ ਤੋਂ ਬਾਅਦ ਫਿਰ ਚਰਚਾ ਚੱਲਦੀ ਸੀ ਕਿਸਾਨ ਅੰਦੋਲਨ ਦੀ। ਫਿਰ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਨੇ ਇਸ ਸੰਸਾਰ ਨੂੰ ਹੀ ਤਿਆਗ ਦਿੱਤਾ, ਉਸ ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੀਆਂ ਜਾਨਾਂ ਗਈਆਂ। ਪਿੱਛੋਂ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ ਨੇ, ਉਹਨਾਂ ਨੂੰ ਸਾਂਭਣਾ ਕਿਵੇਂ ਹੈ, ਉਹਨਾਂ ਦੀ ਕਿੱਦਾਂ ਦੀ ਕਿਸ ਤਰੀਕੇ ਦੀ ਸਹਾਇਤਾ, ਜਾਂ ਜਿਹੜੇ ਇਸ ਵੇਲੇ ਧਰਤੀ ਤੇ ਜਿਉਂਦੇ ਬੈਠੇ ਉਹਨਾਂ ਨੇ ਆਪਣੇ ਫਰਜ਼ਾਂ ਦੀ ਪੂਰਤੀ ਕਿਵੇਂ ਕਰਨੀ ਹੈ। ਤੇ ਤੀਸਰਾ, ਬਾਰ-ਬਾਰ ਮਹਾਰਾਜਾ ਰਣਜੀਤ ਸਿੰਘ ਸ਼ਬਦ ਆਉਂਦਾ ਕਿ ਉਹ ਪੰਜਾਬ ਚੰਗਾ ਸੀ, ਉੱਦਾਂ ਦਾ ਪੰਜਾਬ ਕਿਵੇਂ ਬਣ ਸਕੇ, ਜਾਂ ਦਾਅਵੇ ਵਾਅਦੇ ਹੁੰਦੇ ਆ ਕਿ ਉੱਦਾਂ ਦਾ ਪੰਜਾਬ ਬਣਾਉਣਾ ਹੈ, ਕਿਵੇਂ ਬਣ ਸਕਦਾ ਉੱਦਾਂ ਦਾ ਪੰਜਾਬ, ਕੀ ਕੋਈ ਸਿਧਾਂਤ ਹੋ ਸਕਦਾ, ਰਾਹ ਰਸਤਾ ਹੋ ਸਕਦਾ। ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨਾ ਹੈ। ਡਾਕਟਰ ਵਰਿੰਦਰਪਾਲ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਪ੍ਰਾਈਮ ਏਸ਼ੀਆ ਟੀਵੀ ਤੇ ਡਾਕਟਰ ਵਰਿੰਦਰਪਾਲ ਸਿੰਘ ਹੋਰੀ ਪ੍ਰਮੁੱਖ ਭੂਮੀ ਵਿਗਿਆਨੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ। ਇੱਕ ਐਸੀ ਖੋਜ ਉਹਨਾਂ ਨੇ ਖੇਤੀਬਾੜੀ ਸੈਕਟਰ ਦੇ ਲਈ ਕੀਤੀ ਹੈ, ਜੇ ਉਸ ਖੋਜ ਨੂੰ ਲਾਗੂ ਕੀਤਾ ਜਾਏ, ਸਾਰੇ ਅਪਣਾਉਣ, ਤਾਂ ਡਾਕਟਰ ਸਾਹਿਬ ਦਾ ਤੇ ਉਹਨਾਂ ਦੀ ਟੀਮ ਦਾ ਦਾਅਵਾ ਹੈ ਕਿ 750 ਕਰੋੜ ਰੁਪਈਆ ਪੰਜਾਬ ਸੂਬੇ ਦਾ, ਪੰਜਾਬ ਸੂਬੇ ਦੇ ਲੋਕਾਂ ਦਾ, ਖਾਸ ਤੌਰ ਦੇ ਉੱਤੇ ਖੇਤੀਬਾੜੀ ਕਰਨ ਵਾਲੇ ਲੋਕਾਂ ਦਾ ਬਚ ਸਕਦਾ ਹੈ। ਇਹਦੇ ਤੋਂ ਇਲਾਵਾ ਇਸ ਵੇਲੇ ਜਿਹੜੇ ਪਰਿਵਾਰ ਕਿਸਾਨ ਅੰਦੋਲਨ ਦੌਰਾਨ ਸ਼ਹਾਦਤਾਂ ਦੇ ਗਏ, ਦੁਨੀਆ ਤੋਂ ਚਲੇ ਗਏ, ਉਹਨਾਂ ਨੂੰ ਸਾਂਭਣ ਦੇ ਲਈ ਇੱਕ ਵੱਖਰੇ ਤਰ੍ਹਾਂ ਦਾ ਕੰਮ ਡਾਕਟਰ ਸਾਹਿਬ ਤੇ ਉਹਨਾਂ ਦੀ ਟੀਮ ਕਰ ਰਹੀ ਹੈ। ਉਹਦੇ ਬਾਬਤ ਚਰਚਾ। ਤੇ ਤੀਸਰੇ ਹਿੱਸੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀ ਤੇ ਉਹਦੇ ਨੇੜੇ ਤੇੜੇ ਆਪਾਂ ਕਿੱਦਾਂ ਪੁੱਜਣਾ ਹੈ, ਉਹਦੀਆਂ ਕੁਝ ਗੱਲਾਂ ਬਾਤਾਂ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਜੀ, ਮੈਂ ਸਭ ਤੋਂ ਪਹਿਲਾਂ ਇਹ ਤੁਹਾਡੇ ਤੋਂ ਪੁੱਛਣਾ ਹੈ, ਕਿਉਂਕਿ ਆਪਾਂ ਸਟੈਪ ਬਾਈ ਸਟੈਪ ਅਗਲੇ ਪਾਸੇ ਨੂੰ ਵਧਾਂਗੇ। ਬਹੁਤ ਸਾਰੇ ਲੋਕ ਤੁਹਾਡੇ ਬਾਰੇ, ਤੁਹਾਡੇ ਯੋਗਦਾਨ ਦੇ ਬਾਰੇ, ਤੁਹਾਡੀਆਂ ਖੋਜਾਂ ਦੇ ਬਾਰੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਪ੍ਰਮੁੱਖ ਭੂਮੀ ਵਿਗਿਆਨੀ ਹੋਣ ਦੇ ਨਾਤੇ ਤੁਹਾਡੇ ਦੁਆਰਾ ਚੁੱਕੇ ਗਏ ਕਦਮਾਂ ਤੋਂ ਜਾਣੂ ਨੇ। ਪਰ ਜੇ ਕੋਈ ਬੰਦਾ ਅਜੇ ਵੀ ਰਹਿ ਗਿਆ, ਤੇ ਮੈਂ ਸਭ ਤੋਂ ਪਹਿਲਾਂ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਤੁਸੀਂ ਕਦੋਂ ਖੇਤੀਬਾੜੀ ਯੂਨੀਵਰਸਿਟੀ ਜੁਆਇਨ ਕੀਤੀ, ਕਦੋਂ ਇਹ ਯੂਰੀਆ ਖਾਦ ਕਿੰਨੀ ਕੁ ਪਾਈ ਜਾਵੇ ਤੇ ਉਹ ਪਾਉਣ ਦੇ ਨਾਲ ਕਿੰਨੇ ਕਰੋੜ ਰੁਪਈਆ ਬਚ ਸਕਦਾ, ਉਹ ਖੋਜ ਕੀ ਹੈ, ਉਹ ਸਾਰੀਆਂ ਚੀਜ਼ਾਂ ਦੱਸਿਓ। ਪਰ ਮੈਂ ਇੱਕ ਸਟਾਰਟਿੰਗ ਦੇ ਵਿੱਚ ਜਾਣਨਾ ਚਾਹੁੰਦਾ, ਆਮ ਤੌਰ 'ਤੇ ਨਾ ਕਈ ਲੋਕ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੋਜਾਂ ਨਾਲ ਜੁੜਦੇ ਨਹੀਂ। ਉਹਨਾਂ ਨੂੰ ਲੱਗਦਾ ਹੁੰਦਾ ਕਿ ਦਫ਼ਤਰ ਦੇ ਵਿੱਚ ਬਹਿ ਕੇ ਕੀਤੀ ਗਈ ਖੋਜ ਸ਼ਾਇਦ ਖੇਤਾਂ 'ਚ ਇੰਪਲੀਮੈਂਟ ਨਹੀਂ ਕੀਤੀ ਜਾ ਸਕਦੀ। ਕੀ ਡਾਕਟਰ ਵਰਿੰਦਰਪਾਲ ਸਿੰਘ ਹੋਰਾਂ ਨੇ ਕਦੇ ਖੇਤ ਦੀ ਵੱਟ ਦੇ ਉੱਤੇ ਤੁਰ ਕੇ ਵੇਖਿਆ ਕਿ ਜਿਹਦੇ ਨਾਲ ਕਿ ਕਿਸਾਨਾਂ ਨੂੰ ਇਸ ਗੱਲ ਦਾ ਭਰੋਸਾ ਹੋਵੇ ਕਿ ਇਹ ਚੀਜ਼ਾਂ ਲਾਗੂ ਕਰਨੀਆਂ? ਬਹੁਤ ਬਹੁਤ ਧੰਨਵਾਦ ਪਰਮਵੀਰ ਸਿੰਘ ਜੀ। ਤੁਹਾਡੇ ਸਵਾਲਾਂ ਉੱਤੇ ਆਪਾਂ ਸਿਲਸਿਲੇਵਾਰ ਗੱਲ ਅੱਗੇ ਤੋਰਦੇ ਹਾਂ। ਮੈਂ 1995 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਤੌਰ ਭੂਮੀ ਵਿਗਿਆਨੀ ਆਪਣਾ ਕੰਮਕਾਰ ਆਰੰਭ ਕੀਤਾ ਸੀਗਾ, ਔਰ ਉਹਨਾਂ ਤੋਂ ਲਗਾਤਾਰ ਕਿਸਾਨੀ ਦੀ ਸੇਵਾ ਦੇ ਵਿੱਚ ਜੁਟੇ ਹੋਏ ਆ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਜਿਹੜੀਆਂ ਖੋਜਾਂ ਖੇਤੀਬਾੜੀ ਯੂਨੀਵਰਸਿਟੀ 'ਚ ਹੁੰਦੀਆਂ ਨੇ ਤੇ ਕਿਸਾਨ ਤੱਕ ਉਹ ਨਹੀਂ ਅੱਪੜਦੀਆਂ ਤੇ ਉਹ ਫਾਈਲਾਂ ਵਿੱਚ ਰਹਿ ਜਾਂਦੀਆਂ ਨੇ। ਤੇ ਇਹ ਤੁਸੀਂ ਜੇ ਮੇਰੇ ਭਾਸ਼ਣਾਂ ਦੇ ਵਿੱਚ ਤੁਹਾਡੇ ਸਰੋਤਿਆਂ ਨੇ, ਮੈਂ ਇਸ ਗੱਲ ਦੇ ਉੱਤੇ ਬਹੁਤ ਬਰੀਕੀ ਦੇ ਵਿੱਚ ਔਰ ਬੜੇ ਜ਼ੋਰਦਾਰ ਕਟਾਕਸ਼ ਕਰਿਆ ਕਰਦਾ ਕਿ ਜਦੋਂ ਤੱਕ ਤੁਹਾਡੀ ਖੋਜ ਕਿਸਾਨ ਤੱਕ ਨਹੀਂ ਪਹੁੰਚਦੀ, ਉਹ ਸਾਡੇ ਜਿਹੜੇ ਨੈਸ਼ਨਲ ਸਾਡੇ ਰਿਸੋਰਸਿਸ ਨੇ, ਜਿਨ੍ਹਾਂ ਤੋਂ ਤਨਖਾਹਾਂ ਲੈ ਰਹੇ ਆ, ਤੇ ਉਹ ਸਾਰੇ ਵੇਸਟ ਹੋ ਰਹੇ ਨੇ, ਕਿਉਂਕਿ ਜਿੰਨਾ ਲੈਬੋਰਟਰੀ ਵਿੱਚ ਕੰਮ ਹੁੰਦਾ ਜੋ ਖੇਤ ਤੱਕ ਨਹੀਂ ਅੱਪੜਦਾ। ਸੋ ਮੈਂ ਇਹਦੇ ਲਈ ਵਿਸ਼ੇਸ਼ ਤੌਰ ਤੇ ਚਿੰਤਾਤੁਰ ਰਹਿਣਾ, ਔਰ ਜਿੰਨੀ ਵੀ ਮੈਂ ਖੋਜ ਕੀਤੀ ਹੈ ਉਹ ਕਿਸਾਨਾਂ ਤੱਕ ਪਹੁੰਚਾਉਣ ਦੇ ਲਈ ਮੈਂ ਵੱਟਾਂ ਤੇ ਪੈਰ ਨਹੀਂ ਧਰੇ, ਵੱਟਾਂ ਮਿੱਧ ਕੇ ਥੱਲੇ ਲਾਈਆਂ ਨੇ। ਮੈਂ ਤੁਹਾਨੂੰ ਇੱਕ ਪਿੰਡ ਦਾ ਜ਼ਿਕਰ ਵੀ ਕਰੂੰਗਾ, ਪਿੰਡ ਬੱਸੀਆਂ, ਰਾਏਕੋਟ ਦੇ ਕੋਲੇ ਇੱਕ ਪਿੰਡ ਹੈ।
ਅਸੀਂ ਪਿਛਲੇ ਲਗਾਤਾਰ 5 ਸਾਲਾਂ ਤੋਂ ਉਸ ਪਿੰਡ ਵਿੱਚ ਲਗਾਤਾਰ ਕੰਮ ਕਰ ਰਹੇ ਹਾਂ ਔਰ ਇੱਕ ਇੱਕ ਘਰ ਤੱਕ ਅਸੀਂ ਪਹੁੰਚ ਕਰਕੇ ਉਸ ਕਿਸਾਨ ਨੂੰ ਇਸ ਵਿਧੀ ਨੂੰ, ਜਿਹੜੀ ਪੱਤਾ ਰੰਗ ਚਾਰਟ ਵਿਧੀ ਦੀ ਗੱਲ ਤੁਸੀਂ ਕਰਦੇ ਹੋ, ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਇੱਥੇ ਇੱਕ ਸਮੱਸਿਆ ਬਹੁਤ ਵੱਡੀ ਸਾਡੇ ਸਾਹਮਣੇ ਹੈ ਕਿ ਯੂਰੀਆ ਉੱਤੇ ਬਹੁਤ ਵੱਡੀ ਸਬਸਿਡੀ ਮਿਲਦੀ ਹੈ। 2/3 ਸਬਸਿਡੀ ਹੁੰਦੀ ਹੈ ਤੇ ਕਿਸਾਨ ਨੂੰ ਤੀਜਾ ਹਿੱਸਾ ਉਹਦਾ ਖਰਚਾ ਦੇਣਾ ਪੈਂਦਾ, ਤੇ ਜਦੋਂ ਚੀਜ਼ ਸਸਤੀ ਮਿਲਦੀ ਹੈ ਨਾ, ਫਿਰ ਅਸੀਂ ਉਹਦੀ ਮਤਲਬ ਕਿ ਲੋੜੋਂ ਵੱਧ ਤੇ ਜਿਹੜੀ ਹੈ ਇਸ ਤਰ੍ਹਾਂ ਵਰਤੋਂ, ਅੰਨਾਧੁੰਦ ਵਰਤੋਂ ਵੱਲ ਵੱਧ ਜਾਂਦੇ ਆ। ਉੱਥੋਂ ਮੋੜਨਾ ਬੜਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਯੂਰੀਆ ਦੀ ਕੀਮਤ ਬਹੁਤ ਘੱਟ ਹੈ। ਪਰ ਅਸੀਂ ਸਫਲ ਹੋਏ ਹਾਂ ਉਸ ਪਿੰਡ ਦੇ ਕਿਸਾਨਾਂ ਨੂੰ, ਇਕੱਲੇ ਕਿਸਾਨ ਨੂੰ, ਔਰ ਕਿਸਾਨ ਨੇ ਇਸ ਪੱਤਾ ਰੰਗ ਚਾਰਟ ਦੀ ਵਿਧੀ ਦੀ ਵਰਤੋਂ ਦੇ ਨਾਲ ਝੋਨੇ ਦੇ ਵਿੱਚ 75 ਕਿਲੋ ਯੂਰੀਆ ਪ੍ਰਤੀ ਏਕੜ ਤੱਕ ਬਚਾਇਆ ਹੈ, ਕਣਕ ਦੇ ਵਿੱਚ 50 ਕਿਲੋ ਯੂਰੀਆ ਪ੍ਰਤੀ ਏਕੜ ਤੱਕ ਬਚਾਇਆ ਹੈ। ਤੇ ਜਿਹੜੀ ਤੁਸੀਂ ਹੁਣੇ ਦੱਸਿਆ ਨਾ ਅੰਕੜਾ ਕਿ 750 ਕਰੋੜ ਰੁਪਈਆ ਪੰਜਾਬ ਦਾ ਬਚ ਸਕਦਾ ਹੈ, ਉਹ ਅੰਕੜਾ ਅਸੀਂ ਕੱਢਿਆ ਸਿਰਫ 25 ਕਿਲੋ ਦੀ ਬਚਤ ਲੈ ਕੇ। ਪਰ ਜਿਹੜਾ ਅਸੀਂ ਪਿੰਡ ਅਡਾਪਟ ਕੀਤਾ, ਜਿੱਥੇ ਅਸੀਂ ਉਹ ਸਕਸੈਸ ਸਟੋਰੀ ਡਿਵੈਲਪ ਕੀਤੀ ਹੈ, ਉਸ ਪਿੰਡ ਦੀ ਔਸਤਨ ਬਚਤ ਕਣਕ ਦੇ ਵਿੱਚ 50 ਕਿਲੋ ਹੈ ਤੇ ਝੋਨੇ ਵਿੱਚ 75 ਕਿਲੋ ਹੈ। ਜਾਣੀ ਅਸੀਂ ਕਹਿ ਸਕਦੇ ਹਾਂ ਕਿ ਜੇ ਪੰਜਾਬ ਵਿੱਚ ਵੀ ਇਹੀ ਔਸਤ ਆਵੇ ਤਾਂ ਇਹ ਬਚਤ 750 ਕਰੋੜ ਨਹੀਂ 1500 ਕਰੋੜ ਰੁਪਏ ਦੀ ਯੂਰੀਆ ਦੀ ਬਚਤ ਹੈ। ਅਸੀਂ ਬਹੁਤ ਕੰਜ਼ਰਵੇਟਿਵ ਐਸਟੀਮੇਟ ਦਿੱਤਾ, ਜਿਹੜਾ ਕਿ ਆਪਾਂ ਪੰਜਾਬੀ ਚ ਕਹਿੰਦੇ ਨਾ ਵੱਟ ਤੇ ਪਿਆ। ਇਹ 750 ਕਰੋੜ ਰੁਪਏ ਦਾ ਵੱਟ ਤੇ ਪਿਆ, ਇਹ ਤਾਂ ਠੁੱਡਾ ਲਾਵਾਂਗੇ ਤੇ ਜੇਬ ਚ ਪੈ ਜਾਣਾ। ਤੇ ਜਿਹੜਾ ਜੇ ਇਹਨੂੰ ਧਿਆਨ ਨਾ ਕਰਾਂਗੇ ਤਾਂ ਇਹ ਯੂਰੀਆ ਦੀ ਬਚਤ 1500 ਕਰੋੜ ਤੱਕ ਅੱਪੜ ਸਕਦੀ ਹੈ ਪਿੰਡ ਬਸੀਆਂ ਦੀ ਔਸਤ ਦੇ ਹਿਸਾਬ ਨਾਲ। ਤੇ ਜਿਹੜੀ ਮੈਂ ਤੁਹਾਨੂੰ ਇਹ ਬਚਤ ਦੱਸਦਾ, ਇਹ ਸਿਰਫ ਯੂਰੀਆ ਦੀ ਬਚਤ ਦਾ ਰਕਮ ਹੈ 1500 ਕਰੋੜ ਜਾਂ 705 ਕਰੋੜ 750 ਕਰੋੜ। ਪਰ ਜਿਹੜਾ ਇਹ ਬਚਤ ਦੇ ਨਾਲ ਪਿੰਡ ਬਸੀਆਂ 'ਚ ਅਸੀਂ ਦੇਖਿਆ ਕਿਸਾਨਾਂ ਨੇ ਘੱਟੋ ਘੱਟ 1 ਸਪਰੇ ਤੇ ਵੱਧ ਤੋਂ ਵੱਧ 3 ਸਪਰੇਆਂ ਝੋਨੇ ਦੇ ਵਿੱਚ ਬਚਤ ਕੀਤੀ ਹੈ। ਇੱਕ ਸਪਰੇ ਘੱਟੋ ਘੱਟ 2000 ਰੁਪਏ ਦੀ ਪੈ ਜਾਂਦੀ ਹੈ। ਸੋ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਸਾਡੀ ਜ਼ਹਿਰਾਂ ਦੀ ਵਰਤੋਂ ਹੈਗੀ ਹੈ ਖੇਤੀਬਾੜੀ ਦੇ ਵਿੱਚ, ਇਸ ਵਿਧੀ ਨੂੰ ਅਪਣਾਉਣ ਨਾਲ ਯੂਰੀਆ ਦੀ ਬਚਤ ਵੀ ਹੁੰਦੀ ਹੈ, ਜ਼ਹਿਰਾਂ ਦੀ ਬਚਤ ਵੀ ਹੁੰਦੀ ਹੈ, ਉਹਦੇ ਨਾਲ ਵਾਤਾਵਰਨ ਵੀ ਬਚਦਾ ਹੈ, ਪਾਣੀ ਵੀ ਬਚਦਾ ਹੈ, ਦਾਣਿਆਂ ਵਿੱਚ ਜ਼ਹਿਰਾਂ ਵੀ ਘਟ ਜਾਂਦੀਆਂ ਨੇ, ਕਿਸਾਨ ਦੀ ਆਮਦਨ ਵਿੱਚ ਵੀ ਮੁਨਾਫਾ ਹੁੰਦਾ, ਮਤਲਬ ਕਿ ਹਰ ਪਾਸਿਓਂ ਉਹਦੇ ਮੁਨਾਫਾ ਹੈਗਾ। ਸੋ ਇਹ ਸਾਡੀ ਖੋਜ ਜਿਹੜੀ ਮੇਰੀ ਟੀਮ ਨੇ ਅਸੀਂ ਰਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੀਤੀ ਹੈ, ਇਹ ਪੰਜਾਬ ਦੀਆਂ ਸਾਰੀਆਂ ਮੁੱਖ ਫਸਲਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈ ਔਰ ਸਾਡਾ ਯਤਨ ਹੈ ਇਹ ਕਿਸਾਨਾਂ ਤੱਕ ਪਹੁੰਚੇ। ਸੋ ਆਸ ਕਰਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਇਹ ਆਵਾਜ਼ ਬਹੁਤ ਹੋਰ ਕਿਸਾਨਾਂ ਤੱਕ ਜਾਵੇਗੀ ਔਰ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਤੱਕ ਪਹੁੰਚ ਕਰਕੇ ਇਹਨਾਂ ਖੋਜਾਂ ਦਾ ਲਾਹਾ ਲੈ ਸਕਣਗੇ। ਡਾਕਟਰ ਸਾਹਿਬ, ਮੈਂ ਇੱਕ ਗੱਲ, ਜਦੋਂ ਮੈਂ ਤੁਹਾਡਾ ਪੜ੍ਹ ਰਿਹਾ ਸੀ ਨਾ ਬਾਇਓਡਾਟਾ ਸਾਰਾ ਕੁਝ, ਕਿਉਂਕਿ ਪੱਤਰਕਾਰਾਂ ਨੂੰ ਆਦਤ ਹੁੰਦੀ ਹੈ ਕਿ ਪਹਿਲਾਂ ਖੋਜਬੀਨ ਕਰ ਲਈਏ, ਉੱਥੇ ਕਈ ਕੁਛ ਆਇਆ ਜੀ। ਤੁਸੀਂ ਦੁਨੀਆ ਦੇ ਵੱਖ-ਵੱਖ ਖੇਤੀ ਵਿਗਿਆਨੀਆਂ ਦੇ ਨਾਲ ਕੰਮ ਕੀਤਾ ਹੈ, ਤੁਸੀਂ ਇੰਗਲੈਂਡ ਗਏ, ਤੁਹਾਨੂੰ ਪਾਰਲੀਮੈਂਟ ਦੇ ਵਿੱਚ ਬੁਲਾਇਆ ਗਿਆ, ਉੱਥੋਂ ਦੇ ਜਿਹੜੇ ਖੇਤੀਬਾੜੀ ਮਾਹਿਰ ਨੇ ਉਹਨਾਂ ਨੇ ਤੁਹਾਡੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ ਵਧਾਈ ਦਿੱਤੀ ਕਿ ਆਹ ਤਾਂ ਤੁਸੀਂ ਬਹੁਤ ਵਧੀਆ ਖੋਜ ਕੀਤੀ, ਤੇ ਰੁਚੀ ਦਿਖਾਈ, ਉਹਨਾਂ ਨੇ ਉਤਸੁਕਤਾ ਦਿਖਾਈ ਕਿ ਭਾਈ ਇਹ ਵਿਧੀ ਤਾਂ ਅਸੀਂ ਇੰਗਲੈਂਡ 'ਚ ਪ੍ਰਯੋਗ ਕਰਨੀ ਹੈ। ਜਦੋਂ ਵਿਦੇਸ਼ ਸ਼ਬਦ ਆਉਂਦਾ ਨਾ ਪੱਛਮ, ਉਦੋਂ ਫਿਰ ਸਾਡੇ ਆਮ ਪਿੰਡ ਦੇ ਕਿਸਾਨ ਨੂੰ ਲੱਗਦਾ, ਮੰਨ ਲਓ ਕਿ ਧੰਨਾ ਸਿੰਘ ਇੱਕ ਕਿਸਾਨ ਹੈ, ਉਹਨੂੰ ਲੱਗਦਾ ਕਿ ਭਾਈ ਹੋ ਸਕਦਾ ਕਿ ਇਹ ਉਧਰਲੇ ਪਾਸੇ ਅੰਗਰੇਜ਼ਾਂ ਨੇ ਵਰਤੋਂ ਕਰਨੀ ਹੋਵੇ, ਸਾਡੇ ਕੋਲੇ ਤਾਂ ਸਾਧਨ ਨਹੀਂ, ਇੰਨੇ ਪੈਸੇ ਨਹੀਂ, ਇੰਨੇ ਡਾਕਟਰ ਸਾਹਿਬ ਨੇ ਪਤਾ ਨਹੀਂ ਕਿੰਨੇ ਕੁ ਮਹਿੰਗੀ ਤਕਨੀਕ ਬਣਾਤੀ ਹੈ ਤੇ ਕਿੰਨਾ ਕੁ ਜ਼ਿਆਦਾ ਉਹਦੇ ਲਈ ਦਿਮਾਗੀ ਕਸਰਤ ਕਰਨੀ ਪਊਗੀ ਜਿਹਨੂੰ ਲਾਗੂ ਕਰਨਾ ਹੋਇਆ। ਇਹ ਜਿਹੜੀ ਤੁਸੀਂ ਤਕਨੀਕ ਬਣਾਈ ਹੈ ਕੀ ਚੀਜ਼, ਕਿੰਨੇ ਕੁ ਰੁਪਈਏ ਲੱਗਦੇ, ਕੀ ਸਧਾਰਨ ਕਿਸਾਨ ਜਿਹੜਾ ਮੰਡੀ 'ਚ ਵੀ ਲੁੱਟ ਹੋ ਜਾਂਦਾ ਤੇ ਬਾਜ਼ਾਰ 'ਚ ਵੀ ਲੁੱਟ ਹੋ ਜਾਂਦਾ, ਇਹਦੀ ਵਰਤੋਂ ਕਰਨ ਜੋਗਾ ਹੈਗਾ? ਦੇਖੋ ਜੀ, ਇਹ ਟੈਕਨੀਕ ਇਦਾਂ ਦੀ, ਇਹਨੂੰ ਪੰਜਾਬੀ 'ਚ ਕਹਿੰਦੇ ਹਿੰਗ ਲੱਗੇ ਨਾ ਫਟਕੜੀ, ਹੈ ਨਾ। ਤੇ ਸਿਰਫ 100 ਰੁਪਈਆਂ ਦੀ ਕੀਮਤ ਹੈ। ਛੋਟਾ ਜਿਹਾ ਟੂਲ ਹੈ ਇਹ, ਉਹਦੇ ਉੱਤੇ ਹਰੇ ਰੰਗ ਦੀਆਂ ਪੱਟੀਆਂ ਬਣੀਆਂ ਹੋਈਆਂ ਨੇ, ਫਿੱਕੇ ਹਰੇ ਤੋਂ ਗੂੜੇ ਹਰੇ ਰੰਗ ਦੀਆਂ 6 ਪੱਟੀਆਂ ਨੇ। ਕਿਸਾਨ ਨੇ ਉਸ ਪੱਟੀ ਨਾਲ ਆਪਣੀ ਫਸਲ ਦਾ ਪੱਤੇ ਦਾ ਰੰਗ ਮਿਲਾਉਣਾ ਔਰ ਰੰਗ ਮਿਲਾ ਕੇ ਅਸੀਂ ਇੱਕ ਐਪ ਬਣਾਈ ਹੈ, ਉਹਦੇ 'ਚ ਦੱਸ ਦੇਣਾ ਕਿ ਰੰਗ ਦਾ ਨੰਬਰ ਇਹ ਹੈ ਤੇ ਐਪ ਨੇ ਦੱਸ ਦੇਣਾ ਕਿ ਕਿੰਨੀ ਖਾਦ ਪਾਉਣੀ ਹੈ ਕਿ ਨਹੀਂ ਪਾਉਣੀ ਜੀ। ਸੋ ਇਹ ਉਹੀ ਸਸਤੀ ਟੈਕਨੀਕ ਹੈ। ਇੱਕ ਵਾਰੀ ਜ਼ਿੰਦਗੀ ਵਿੱਚ ਸਿਰਫ ਇੱਕ ਵਾਰੀ 100 ਰੁਪਇਆ ਖਰਚਣਾ ਤੇ ਉਹਦਾ ਨਾ ਪੈਟਰੋਲ ਪੈਣਾ, ਨਾ ਉਹਨੂੰ ਚਾਰਜ ਕਰਨਾ, ਨਾ ਉਹਦੀ ਮੁਰੰਮਤ ਹੋਣੀ ਹੈ। ਇਹ ਮਤਲਬ ਕਿ ਟਿਕਾਊ ਔਰ ਸਾਰੀ ਉਮਰ ਦਾ ਯੰਤਰ ਹੈ। ਤੁਸੀਂ ਗੱਲ ਕੀਤੀ ਹੈ ਯੂਨੀਵਰਸਿਟੀ ਆਫ ਕੈਂਬਰਿਜ ਦੀ, ਉੱਥੇ ਮੈਂ ਲਗਾਤਾਰ 3 ਸਾਲ ਕੰਮ ਕੀਤਾ ਉਹਨਾਂ ਦੇ ਨਾਲ, ਤੇ ਹੁਣ ਵੀ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਹਾਂ ਇੱਕ ਨਵੇਂ ਪ੍ਰੋਜੈਕਟ ਤੇ, ਔਰ ਉਹ ਇੰਗਲੈਂਡ ਵੀ ਸਾਡੀ ਇਸ ਵਿਧੀ ਨੂੰ ਅਪਣਾਉਣ ਦੇ ਲਈ ਬਹੁਤ ਤੀਬਰਤਾ ਦੇ ਨਾਲ ਕੰਮ ਕਰ ਰਹੇ ਨੇ। ਅੱਜ ਕੱਲ੍ਹ ਮੈਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਦੇ ਵਿੱਚ ਕੰਮ ਕਰ ਰਿਹਾ, US ਦੇ ਵਿੱਚ।
ਤੇ ਇੱਥੇ ਵੀ ਮੈਂ ਆਪਣੇ ਵਿਗਿਆਨੀ ਸਾਥੀਆਂ ਨਾਲ ਜਦੋਂ ਇਹ ਵਿਧੀ ਦੀ ਗੱਲ ਕੀਤੀ ਹੈ, ਉਹ ਹੈਰਾਨ ਨੇ ਵੀ ਯਾਰ ਤੁਸੀਂ 100 ਰੁਪਈਆਂ 'ਚ ਐਡਾ ਬੰਦੋਬਸਤ ਕਰੀ ਜਾਂਦੇ ਹੋ, ਅਸੀਂ ਕਰੋੜਾਂ ਰੁਪਏ ਜਹਾਜ਼ਾਂ ਤੇ ਤੇਲ ਫੂਕਦੇ ਹਾਂ, ਫਿਰ ਸੈਂਸਰ ਲਾ ਕੇ ਉਡਾਉਂਦੇ ਹਾਂ, ਫਿਰ ਖਾਦ ਪਾਉਂਦੇ ਹਾਂ। ਤਾਂ ਉਹ ਵੀ ਬੜੀ ਮੇਰੀ ਗੱਲ ਇੱਥੇ ਬੜੀ ਉਤਸੁਕਤਾ ਨਾਲ ਇੱਥੇ ਸੁਣ ਰਹੇ ਨੇ US ਦੇ ਵਿੱਚ ਵੀ, ਯਾਰ ਤੁਸੀਂ ਇਹ ਜੁਗਾੜ ਕਿਵੇਂ ਬਣਾ ਕੇ ਸਾਰੀਆਂ ਫਸਲਾਂ ਤੇ ਲਾਗੂ ਕੀਤਾ ਇਹਨੂੰ। ਸੋ ਦੁਨੀਆ ਭਰ ਦੇ ਵਿੱਚ ਇਸ ਵਿਧੀ ਨੂੰ ਅਪਣਾਉਣ ਲਈ ਚਰਚਾ ਹੈ, ਪਰ ਸਾਡੇ ਪੰਜਾਬ ਦੇ ਕਿਸਾਨ ਕਿਉਂਕਿ ਸਬਸਿਡੀ ਮਿਲਦੀ ਹੈ, ਦੂਜਾ ਉਹ ਕਹਿੰਦੇ ਹੁੰਦੇ ਘਰ ਦਾ ਜੋਗੀ ਜੋਗੜਾ ਹੈ ਨਾ, ਤੇ ਉਹ ਗੱਲ ਨੂੰ ਕਈ ਵਾਰੀ ਅਹਿਮੀਅਤ ਨਹੀਂ ਦਿੰਦੇ ਤੇ ਉਹ ਘਰ ਦੀ ਮੁਰਗੀ ਦਾਲ ਬਰਾਬਰ ਰਹਿ ਜਾਂਦੀ ਹੈ। ਬਟ ਮੈਂ ਦੱਸਣਾ ਚਾਹੁੰਦਾ ਕਿ ਵਿਦੇਸ਼ਾਂ ਦੇ ਵਿੱਚ ਇਸ ਵਿਧੀ ਨੂੰ ਸਮਝਣ ਦੇ ਲਈ ਔਰ ਅਪਣਾਉਣ ਦੇ ਲਈ ਵਿਗਿਆਨੀਆਂ 'ਚ ਬੜੀ ਉਤਸੁਕਤਾ ਹੈ ਵੀ ਇੰਨੇ ਘੱਟ ਖਰਚੇ ਵਿੱਚ ਔਰ ਨਾਈਟ੍ਰੋਜਨ ਦੀ ਬਚਤ, ਕਿਉਂਕਿ ਦੁਨੀਆ ਭਰ ਦੇ ਵਿੱਚ ਨਾਈਟ੍ਰੋਜਨ ਨੇ ਇੱਕ ਬਹੁਤ ਤਬਾਹੀ ਮਚਾਈ ਹੋਈ ਹੈ। ਲੋਕੀ ਚਿੰਤਤ ਨੇ ਵੀ ਇੰਨੀ ਵਰਤੋਂ ਹੋ ਰਹੀ ਹੈ, ਇਹਦੇ ਨਾਲ ਗਲੋਬਲ ਵਾਰਮਿੰਗ ਦੇ ਉੱਤੇ ਬੜਾ ਭਾਰਾ ਇੰਪੈਕਟ ਆ ਰਿਹਾ, ਇਹਦੇ ਰੈਜ਼ੀਡੂਅਲ ਇਫੈਕਟਸ ਜਿਹੜੇ ਨੇ ਵਾਤਾਵਰਨ ਦੇ ਉੱਤੇ, ਇਹਦੇ ਫੁੱਟਪ੍ਰਿੰਟਸ ਬੜੇ ਹਾਨੀਕਾਰਕ ਹੋ ਰਹੇ ਨੇ, ਤੇ ਉਹ ਸਾਰਾ ਕੁਝ ਕੰਟਰੋਲ ਕਰਨਾ ਦੁਨੀਆ ਭਰ ਦੇ ਵਿਗਿਆਨੀਆਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਤੇ ਇਹ ਬਹੁਤ ਹੀ ਸਸਤਾ ਤੇ ਟਿਕਾਊ ਯੰਤਰ ਹੈ ਜਿਹੜਾ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਤਿਆਰ ਕੀਤਾ ਜੀ। ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਜ਼ਰੂਰ, ਆਖਰੀ ਸਵਾਲ ਹੋਏਗਾ ਤੁਹਾਡੀ ਖੋਜ ਦੇ ਉੱਤੇ, ਕਿਸੇ ਦਿਨ ਫਿਰ ਆਪਾਂ ਡਿਟੇਲਡ ਪ੍ਰੋਗਰਾਮ ਵੀ ਬੇਸ਼ੱਕ ਕਰ ਲਾਂਗੇ। ਅਸੀਂ ਖਾਦ ਪਾਈ ਦਾ ਝੋਲੀ 'ਚ ਬੋਰਾ ਖੋਲ੍ਹਿਆ, ਕਿਉਂਕਿ ਬੋਰਾ ਖੋਲ੍ਹਣ ਦੀ ਵੀ ਇੱਕ ਤਕਨੀਕ ਹੁੰਦੀ ਹੈ ਨਾ, ਉਸ ਤੋਂ ਬਾਅਦ ਝੋਲੀ ਹੁੰਦੀ ਹੈ, ਕਿਉਂਕਿ ਅਸੀਂ ਤੋਲ ਕੇ ਤਾਂ ਪਾਈਦਾ ਨਹੀਂ, ਜਾਂ ਫਿਰ ਜੇ ਕਿਸੇ ਕੋਲ ਥੋੜਾ ਹੈ ਤਾਂ ਉਹਨੇ ਬਾਲਟੀ 'ਚ ਲਾ ਦੇਣਾ, ਬਾਲਟੀ ਨਾਲ ਪਾ ਲੈਣਾ, ਆਪੋ ਆਪਣੀ ਜੋਤ ਦੇ ਆਕਾਰ ਦੇ ਹਿਸਾਬ ਦੇ ਨਾਲ। ਤੇ ਬਹੁਤੀ ਵਾਰੀ ਸਾਡੇ ਆਮ ਲੋਕਾਂ ਦੇ ਮਨਾਂ 'ਚ ਇਹ ਹੁੰਦਾ ਹੈ ਕਿ ਜੇ ਪਿਛਲੀ ਵਾਰ ਦੇ ਨਾਲੋਂ ਇੱਕ ਮੁੱਠ ਖਾਦ ਦੀ ਘੱਟ ਪਾਈ ਤਾਂ ਝਾੜ ਘੱਟ ਜਾਣਾ, ਅਸੀਂ 2 ਮੁੱਠਾਂ ਖਾਦ ਦੀਆਂ ਵੱਧ ਹੀ ਪਾਉਣੇ ਆ। ਤੁਹਾਡੀ ਤਕਨੀਕ ਇਹ ਨਾ ਹੋਵੇ ਕਿ ਝੁੱਗਾ ਚੌੜ ਕਰ ਦੇਵੇ ਕਿਸਾਨ ਦਾ, ਕਿ ਮੁੜ ਕੇ ਝਾੜ ਹੀ ਘੱਟ ਜਾਵੇ, ਕਿ ਪਿਛਲੀ ਤੁਸੀਂ ਕਹਿ ਦੋ ਕਿ 5 ਕਿਲੋ ਖਾਦ ਨਹੀਂ ਇੱਥੇ 2 ਕਿਲੋ ਪਾਓ, ਗਰੰਟੀ ਲੈਂਦੇ ਹੋ ਕਿ ਝਾੜ ਠੀਕ ਹੀ ਨਿਕਲੂਗਾ? ਦੇਖੋ ਇਦਾਂ ਹੈ ਕਿ ਜਦੋਂ ਬੰਦਾ ਆਪਣੇ ਪੱਬਾਂ ਦੇ ਭਾਰ ਤੇ ਖੜ ਕੇ ਗੱਲ ਕਰਦਾ ਨਾ, ਫਿਰ ਉਹਨੂੰ ਪਤਾ ਹੁੰਦਾ ਵੀ ਝੁੱਗਾ ਚੌੜ ਹੋਣਾ ਹੈ ਕਿ ਇਹਦੇ 'ਚ ਤੁਹਾਡਾ ਜਿਹੜਾ ਸੀਨਾ ਚੌੜਾ ਹੋ ਕੇ ਗੱਲ ਕਰਨੀ ਹੈ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਅਸੀਂ ਮੈਂ ਪਿੰਡ ਬੱਸੀਆਂ ਦੀ ਗੱਲ ਕੀਤੀ ਹੈ, ਜਦੋਂ ਅਸੀਂ ਉੱਥੇ ਕੰਮ ਕਰ ਆਰੰਭ ਕੀਤਾ ਸੀਗਾ, ਉਹ ਕਿਸਾਨ ਵੀ ਤੁਹਾਡੇ ਵਾਲੀ ਗੱਲ ਕਰਕੇ ਹੱਸਦੇ ਸੀਗੇ ਵੀ ਇਹ ਯੂਨੀਵਰਸਿਟੀ ਤੋਂ ਆ ਗਏ ਨੇ ਕਿਆਰੀਆਂ ਦੇ ਵਿੱਚ ਖਾਦਾਂ ਪਾ ਕੇ ਤੇ ਸਾਡਾ ਝੁੱਗਾ ਚੌੜ ਕਰਨਗੇ। ਹੁਣੇ ਸਾਡੀਆਂ ਵੀਡੀਓਜ਼ ਵੀ ਪਈਆਂ, ਉਹ ਪਿੰਡ ਦਾ ਸਰਪੰਚ ਦੱਸਦਾ ਹੁੰਦਾ ਸਾਨੂੰ ਵੀ ਭਾਈ ਜਦ ਅਸੀਂ ਪਹਿਲੀ ਵਾਰ ਲੈਕਚਰ ਕੀਤਾ ਸੀ ਤੇ ਉਹ ਹੱਸਦੇ ਸੀਗੇ ਪਿੰਡ ਵਾਲੇ ਵੀ, ਯਾਰ ਇੰਨਾ ਮਾਮਲਾ ਦੇਣਾ, ਇਹ ਸਾਡਾ ਝੁੱਗਾ ਚੌੜ ਕਰੂਗਾ, ਜਿਹੜੀ ਤੁਹਾਡੇ ਵਾਲਾ ਸ਼ਬਦ ਵਰਤਦੇ ਸੀ। ਪਰ ਉਹ ਮੂੰਹ ਪਾੜ ਕੇ ਕਹਿੰਦੇ ਨੇ ਵੀ ਅਸੀਂ ਯਾਰ ਇਹਨਾਂ ਦੀ ਗੱਲ ਨਹੀਂ ਸਮਝੀ। ਤੇ ਇਹ ਤਾਂ ਚੀਜ਼ ਹੀ ਬਹੁਤ ਵਧੀਆ। ਦੇਖੋ ਇਹ ਨਾ ਜਿਹੜੀ ਸਾਡੀ ਵਿਧੀ ਹੈ, ਇਹ ਖਾਦ ਘੱਟ ਕਰਨ ਦੀ ਵਿਧੀ ਨਹੀਂ ਹੈ ਅਸਲ ਦੇ ਵਿੱਚ ਜੀ, ਇਹ ਲੋੜ ਮੁਤਾਬਕ ਖਾਦ ਪਾਉਣ ਦੀ ਵਿਧੀ ਹੈ। ਜਿੱਥੇ ਖੇਤ ਮਾੜੇ ਹੁੰਦੇ ਆ, ਇਹ ਖਾਦ ਵੱਧ ਪਾਉਂਦੀ ਹੈ, ਜਿੱਥੇ ਖੇਤ ਚੰਗੇ ਹੁੰਦੇ ਆ ਉੱਥੇ ਘੱਟ ਪਾਉਂਦੀ ਹੈ, ਜਿਹੜੇ ਦਰਮਿਆਨੇ ਹੁੰਦੇ ਆ ਉਹਨਾਂ ਵਿੱਚ ਹੋਰ ਢੰਗ ਨਾਲ ਪਾਉਂਦੀ ਹੈ। ਸੋ ਇਹ ਇੱਕ ਲੋੜ ਮੁਤਾਬਕ ਨੀਡ ਬੇਸਡ ਖਾਦ ਪਾਉਣ ਦੀ ਵਿਧੀ ਹੈ, ਇਹਦੇ ਮਗਰ ਵਿਗਿਆਨ ਹੈ। ਇਹ ਸਿੰਪਲੀ ਇਹ ਨਹੀਂ ਕਿ ਖਾਦ ਉਦੋਂ ਹੀ ਘੱਟ ਕਰ ਦਿੰਦੀ ਹੈ ਤੇ ਇੱਕੋ ਹੀ ਖੇਤ ਦੇ ਵਿੱਚ ਹਰ ਸਾਲ ਵੱਖ-ਵੱਖ ਖਾਦ ਵੀ ਪੈ ਸਕਦੀ ਹੈ, ਕਿਉਂਕਿ ਫਸਲ ਬੀਜੀ ਕਦੋਂ ਹੈ, ਨਦੀਨ ਕਿਹੋ ਜਿਹੇ ਨੇ, ਪ੍ਰਬੰਧ ਕਿਹੋ ਜਿਹਾ ਹੋਇਆ, ਤੁਹਾਨੂੰ ਜਿਹੜੇ ਪਾਣੀ ਉਹ ਕੱਸੀ ਦੇ ਕਿੰਨੇ ਲੱਗੇ ਆ, ਮੋਟਰ ਦੇ ਕਿੰਨੇ ਲੱਗੇ ਆ, ਇਹ ਬੜੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਹ ਸਾਰੀਆਂ ਇਹ ਸਮਝ ਕੇ ਸੋ ਗਾਈਡ ਕਰਦੀ ਹੈ। ਬੜੀ ਸਿੱਕੇਬੰਦ ਵਿਧੀ ਹੈ। ਜੇ ਆਪਾਂ ਇਹਦੇ ਗੱਲ ਕਰਨੀ ਹੋਵੇ WhatsApp ਇੱਕ ਦਿਨ ਆਪਾਂ ਪੂਰਾ ਸੈਸ਼ਨ ਵੀ ਇਹਦੇ ਉੱਤੇ 40-45 ਮਿੰਟ ਦਾ, ਤਾਂ ਕਿ ਕਿਸਾਨਾਂ ਦੀ ਗੱਲ ਸਮਝਾ ਦਈਏ। ਇਹ ਸੋਹਣਾ ਵਿਸ਼ਾ, ਪਰ ਇਹਦੇ ਉੱਤੇ ਆਪਾਂ ਨੂੰ ਕਿਸੇ ਵੇਲੇ ਅਲੱਗ ਵੀ ਗੱਲ ਕਰਕੇ ਹੈ ਨਾ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਨਹੀਂ, ਆਪਾਂ ਨਿੱਠ ਕੇ ਕਰਾਂਗੇ ਜੀ ਗੱਲ। ਮੈਂ ਇੱਥੇ ਟੌਪਿਕ ਜਿਹੜਾ ਉਹ ਸਮੇਟ ਦਿੰਦਾ, ਅਗਲੇ ਪਾਸੇ ਵੱਧਦੇ ਹਾਂ। ਡਾਕਟਰ ਵਰਿੰਦਰਪਾਲ ਸਿੰਘ ਹੋਰਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ। ਇਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਪ੍ਰਮੁੱਖ ਭੂਮੀ ਵਿਗਿਆਨੀ ਦੇ ਤੌਰ ਤੇ ਕੰਮ ਕਰ ਰਹੇ ਨੇ, ਤੇ ਇਸ ਵੇਲੇ ਅਮਰੀਕਾ ਦੇ ਵਿੱਚ ਗਏ ਹੋਏ ਨੇ, ਤੇ ਉੱਥੇ ਵੀ ਕੰਮ ਇਹੀ ਹੈ। ਭੂਮੀ ਵਿਗਿਆਨੀ, ਜ਼ਮੀਨ ਦੇ ਵਿਗਿਆਨੀ, ਮਿੱਟੀ ਦੇ ਵਿਗਿਆਨੀ, ਮਿੱਟੀ ਦੇ ਵਿੱਚੋਂ ਫਸਲ ਉੱਗਦੀ ਹੈ, ਤੇ ਪੰਜਾਬ ਦਾ ਤਾਂ ਫਿਰ ਭਾਈ ਖੇਤੀਬਾੜੀ ਦੇ ਨਾਲ ਸੰਬੰਧ ਬੜਾ। ਡਾਕਟਰ ਸਾਹਿਬ ਤਾਂ ਸਿਆਸੀ ਗੱਲ ਨਹੀਂ ਕਰਦੇ, ਅਸੀਂ ਪੱਤਰਕਾਰ ਹਾਂ, ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਵੱਖ-ਵੱਖ ਸਿਆਸੀ ਧਿਰਾਂ ਨੂੰ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ, ਜੇ ਯੂਨੀਵਰਸਿਟੀ ਮਾਨਤਾ ਦੇ ਚੁੱਕੀ ਇਹਨਾਂ ਦੀ ਖੋਜ ਨੂੰ, ਜੇ ਕੇਂਦਰ ਸਰਕਾਰ ਮਾਨਤਾ ਦੇ ਚੁੱਕੀ ਹੈ, ਜੇ ਇੰਗਲੈਂਡ ਵਾਲੇ ਮਾਨਤਾ ਦਿੰਦੇ ਆ, ਮੈਨੀਫੈਸਟੋ ਦੇ ਵਿੱਚ ਪਾ ਦਿਓ ਭਾਈ, ਪਿੰਡ-ਪਿੰਡ ਜਾ ਕੇ ਪ੍ਰਚਾਰ ਤੁਹਾਡਾ ਸਾਰੇ ਹਰ ਇੱਕ ਧਿਰ ਦਾ ਹੁੰਦਾ ਹੈ। ਜਿਹੜੀ ਗੱਲ ਲਿਜਾਣ ਦੇ ਲਈ ਇਹਨਾਂ ਨੂੰ 13,000 ਪਿੰਡਾਂ 'ਚ ਜਾਣਾ ਪੈਣਾ, ਤੁਸੀਂ ਹੁਣ 28 ਦਿਨ ਜਾਣਾ ਹੀ ਹੈ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਬਿਨਾਂ ਪੁੱਛੇ ਇਹ ਬੇਨਤੀ ਆਪਣੇ ਵੱਲੋਂ ਕਰ ਦਿੱਤੀ ਹੈ ਕਿ ਭਾਈ ਮਾਨਤਾ ਪ੍ਰਾਪਤ ਤਕਨੀਕ ਹੈ, ਤੁਸੀਂ ਬਚਾ ਦਿਓ ਪਿੰਡਾਂ 'ਚ, ਹੋਰ ਕੁਝ ਹੋਵੇ ਨਾ ਹੋਵੇ। ਕੀ ਕਹਿੰਦੇ ਹੋ? ਨਹੀਂ, ਬਿਲਕੁਲ ਠੀਕ ਹੈ। ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਹੁਣ ਤਾਂ ਸਾਰੀਆਂ ਧਿਰਾਂ ਲੱਗੀਆਂ ਹੋਈਆਂ ਨੇ, ਉਹ ਹਿੰਗ ਲੱਗੇ ਨਾ ਫਟਕੜੀ, ਉੱਥੇ ਤੇਲ ਵੀ ਫੂਕ ਕੇ ਜਾਣਾ ਹੀ ਹੈ। ਕਹਿ ਦੇਣ ਹਰ ਕਿਸਾਨ ਨੂੰ, ਦੇਖੋ ਇਹਨਾਂ ਦਾ ਕੁਛ ਨਹੀਂ ਲੱਗਣਾ। ਆਪਾਂ ਕਿੰਨੀ ਸਬਸਿਡੀ ਦਿੰਦੇ ਆ, ਜੇ ਸਰਕਾਰ ਚਾਹਵੇ, ਮਤਲਬ ਕਿ ਉਹਨਾਂ ਵਾਸਤੇ ਇੱਕ ਚੁਟਕੀ ਦਾ ਕੰਮ ਹੈ
ਕਿਉਂਕਿ 2/3 ਸਬਸਿਡੀ ਹੈ, ਉਸੇ ਸਬਸਿਡੀ ਦੇ ਵਿੱਚੋਂ ਸਿਰਫ 100 ਰੁਪਏ ਦਾ ਜੰਤਰ ਹਰ ਕਿਸਾਨ ਤੱਕ ਪਹੁੰਚਾ ਦੇਵੇ, ਔਰ ਤੁਹਾਡੇ ਵਰਗੇ ਜਿਹੜੇ ਚੰਗੇ ਜਰਨਲਿਸਟ ਨੇ ਉਹਨਾਂ ਦੇ ਰਾਹੀਂ ਇੱਕ ਮੁਹਿੰਮ, ਐਜੂਕੇਸ਼ਨਲ ਮੁਹਿੰਮ ਖੜੀ ਕਰਕੇ ਹਰ ਕਿਸਾਨ ਨੂੰ ਇਹਦੀ ਜਾਣਕਾਰੀ ਦੇ ਦੇਵੇ। ਬਹੁਤ ਸਰਲ ਤਕਨੀਕ ਹੈ, ਜੇ ਮੈਂ 1 ਘੰਟਾ ਤੁਹਾਡੇ ਸਟੇਸ਼ਨ ਤੇ ਬਹਿ ਕੇ ਗੱਲ ਕਰੂੰਗਾ ਤੇ ਇੰਨੇ ਜੀ ਕਿਸਾਨਾਂ ਨੂੰ ਸਮਝ ਆ ਜਾਣੀ ਹੈ। ਸੋ ਇੱਕ ਬਹੁਤ ਵਧੀਆ ਤੁਹਾਡੀ ਅੱਜ ਤੁਸੀਂ ਵਿਸ਼ਾ ਸੁਨੇਹਾ ਦੇ ਦਿੱਤਾ ਸਾਡੇ ਸਿਆਸਤਦਾਨਾਂ ਨੂੰ, ਪਾਲਿਸੀ ਮੇਕਰਸ ਨੂੰ। ਜੇ ਉਹ ਚਾਹਣ ਤਾਂ ਅੱਛਾ, ਇਹਦੇ ਚ ਮੈਂ 750 ਕਰੋੜ ਜੇ ਕਿਹਾ ਨਾ, ਤੁਹਾਨੂੰ ਇਹ ਵੀ ਦੱਸ ਦਵਾਂ, ਇਹਦੇ ਵਿੱਚੋਂ 2/3 ਬਚਤ ਸਰਕਾਰ ਦੀ ਹੈ ਜੀ, ਤੇ 1/3 ਉਹਨਾਂ ਦੀ ਹੈ ਕਿਸਾਨਾਂ ਦੀ। ਕਿਉਂਕਿ 250 ਕਰੋੜ ਕਿਸਾਨ ਦਾ ਤੇ 500 ਕਰੋੜ ਸਰਕਾਰ ਦਾ ਬਚਦਾ ਜੀ ਘੱਟੋ ਘੱਟ, ਜਿਹੜਾ ਕਿ 1000 ਕਰੋੜ ਤੱਕ ਚਲੇ ਜਾਣਾ ਜੇ ਕਿਸਾਨਾਂ ਨੇ ਸਾਰਿਆਂ ਨੇ ਸਹੀ ਢੰਗ ਨਾਲ ਅਪਣਾ ਲਿਆ। ਸੋ ਜੇ ਸਰਕਾਰ, ਮੈਂ ਕਹਿੰਦਾ, ਇਸ ਕੰਮ ਦੇ ਉੱਤੇ 20-30 ਕਰੋੜ ਹੀ ਖਰਚ ਦੇਵੇ ਤਾਂ ਸਰਕਾਰ ਦਾ ਹਰ ਸਾਲ 1000 ਕਰੋੜ ਰੁਪਇਆ ਬਚ ਸਕਦਾ, ਪਰ ਸੁਹਿਰਦਤਾ ਨਾਲ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ ਜੀ। ਮੈਂ ਡਾਕਟਰ ਸਾਹਿਬ ਇੱਕ ਗੱਲ ਸਾਰੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦੇ ਹਾਂ ਕਿ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤਾਂ ਡਾਕਟਰ ਸਾਹਿਬ ਨੂੰ ਇੱਕ ਇਸੇ ਕਰਕੇ ਖੇਤੀਬਾੜੀ ਦੇ ਵਿੱਚ, ਭੂਮੀ ਦੇ ਵਿੱਚ ਆਪਣੇ ਯੋਗਦਾਨ ਦੇ ਕਰਕੇ ਅਵਾਰਡ ਦਿੱਤਾ ਜਾਣਾ ਸੀ। ਤੁਸੀਂ ਸਾਰਿਆਂ ਨੇ ਉਹ ਵੀਡੀਓਜ਼ ਦੇਖੀਆਂ ਹੋਣੀਆਂ ਕਿ ਕੇਂਦਰੀ ਮੰਤਰੀ ਹੋਰਾਂ ਦੇ ਮੰਚ ਦੇ ਉੱਤੇ ਹਾਜ਼ਰ ਰਹਿੰਦਿਆਂ ਡਾਕਟਰ ਸਾਹਿਬ ਨੇ ਬੜੇ ਸਤਿਕਾਰਤ ਢੰਗ ਦੇ ਨਾਲ ਸਟੇਜ ਦੇ ਉੱਤੇ ਜਾ ਕੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ ਉਹ ਅਵਾਰਡ ਨਹੀਂ ਸੀ ਲਿਆ, ਤੇ ਸਗੋਂ ਇੱਕ ਚਿੱਠੀ ਜਿਹੜੀ ਆ ਪ੍ਰਧਾਨ ਮੰਤਰੀ ਸਾਹਿਬ ਦੇ ਨਾਮ ਬਹੁਤ ਸਤਿਕਾਰਕ ਢੰਗ ਦੇ ਨਾਲ ਦਿੱਤੀ ਸੀ, ਤੇ ਉਦੋਂ ਡਾਕਟਰ ਸਾਹਿਬ ਦੀ ਬਹੁਤ ਜ਼ਿਆਦਾ ਚਰਚਾ ਹੋਈ ਸੀ। ਡਾਕਟਰ ਸਾਹਿਬ, ਹੁਣ ਉਹ ਸਾਰੀ ਪ੍ਰਕਿਰਿਆ ਲੰਘੀ, ਤੁਹਾਡਾ ਚਰਚਾ ਸਾਰੇ ਪਾਸੇ ਹੋਇਆ, ਤੁਸੀਂ ਬੜੇ ਸਤਿਕਾਰਤ ਢੰਗ ਦੇ ਨਾਲ, ਸੱਭਿਅਕ ਢੰਗ ਦੇ ਨਾਲ, ਸੱਭਿਅਕ ਸ਼ਬਦਾਂ ਦੇ ਵਿੱਚ ਇਹ ਕਿਹਾ ਸੀ ਕਿ ਭਾਈ ਮੈਂ ਕਿਸਾਨਾਂ ਦੀ ਹੋਂਦ ਦੇ ਲਈ ਲੜੀ ਜਾ ਰਹੀ ਲੜਾਈ ਦੇ ਨਾਲ ਮੇਰੀ ਸਹਿਮਤੀ ਹੈ ਤੇ ਆਪਾਂ ਠੀਕ ਕੰਮ ਕਰੀਏ। ਉਹਦੇ ਤੋਂ ਬਾਅਦ ਬਹੁਤ ਸਾਰੇ ਕਿਸਾਨ ਜਿਹੜੇ ਨੇ, ਜਾਂ ਖੇਤ ਮਜ਼ਦੂਰ, ਜਾਂ ਜਿਹੜਾ ਵੀ ਭਾਈਚਾਰਾ ਯੋਗਦਾਨ ਦਿੰਦਾ ਸੀ ਅੰਦੋਲਨ ਦੇ ਵਿੱਚ, ਉਹ ਜਹਾਨੋਂ ਚਲੇ ਗਏ ਅੰਦੋਲਨ ਦੌਰਾਨ। ਹੁਣ ਤੁਸੀਂ ਉਹਨਾਂ ਦੇ ਲਈ ਵੀ ਕੰਮ ਕਰ ਰਹੇ ਹੋ ਤੇ ਕੰਮ ਬੜੇ ਬਿਹਤਰੀਨ ਤਰੀਕੇ ਦੇ ਨਾਲ ਕਰ ਰਹੇ ਹੋ, ਕਿਉਂਕਿ ਆਮ ਤੌਰ ਤੇ ਹੁੰਦਾ ਜੀ ਥੋੜ੍ਹੇ ਜਿਹੇ ਰੁਪਈਏ ਦੇ ਦਈਏ, ਪੈਸੇ ਦੇ ਦਈਏ ਤੇ ਮੁੜ ਕੇ ਆਪਾਂ ਚੇਤਾ ਭੁਲਾ ਦਈਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਪਰ ਤੁਹਾਡਾ ਕੰਮ ਵਿਲੱਖਣ ਹੈ। ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ 4 ਮਹੀਨਿਆਂ ਤੱਕ ਅੰਦੋਲਨ ਹੀ ਚੇਤੇ ਭੁੱਲ ਜਾਏ, ਪਰ ਜਿਹੜਾ ਢੰਗ ਤਰੀਕਾ ਤੁਸੀਂ ਦੱਸ ਚੱਲੇ ਹੋ ਉਹ ਇਕੱਲਾ ਅੰਦੋਲਨ ਤੱਕ ਹੀ ਸੀਮਤ ਨਹੀਂ ਰਹਿਣਾ, ਉਹ ਭਵਿੱਖ ਦੇ ਲਈ ਇੱਕ ਪੈੜ ਪਾ ਕੇ ਜਾਊਗਾ ਕਿ ਭਾਈ ਜਿਹੜੇ ਸਾਡੇ ਲਈ ਜਹਾਨੋਂ ਚਲੇ ਗਏ ਉਹਨਾਂ ਨੂੰ ਐ ਸਾਂਭੀਦਾ, ਉਹਨਾਂ ਦੇ ਜਿਹੜੇ ਪਿੱਛੇ ਰਹਿ ਗਏ ਨੇ। ਹੁਣ ਜ਼ਿਕਰ ਕਰਿਓ ਜੀ ਉਸ ਮੁਹਿੰਮ ਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਉਸ ਮੁਹਿੰਮ ਵੱਲ ਇਸ਼ਾਰਾ ਕੀਤਾ ਔਰ ਆਪਣੇ ਸਰੋਤਿਆਂ ਦਾ ਧਿਆਨ ਲਿਆਂਦਾ। ਇਹ ਇੱਕ ਬਹੁਤ ਵੱਡੀ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਵਿਗਿਆਨੀ ਸਾਥੀ, ਉਹ ਸਾਡੀ ਟੀਮ ਜਿਹੜੇ ਮੇਰੇ ਨਾਲ ਇਸ ਕੰਮ ਦੇ ਲਈ ਜੁਟੇ ਹੋਏ ਨੇ। ਅਸੀਂ ਜਿੰਨੇ ਵੀ ਕਿਸਾਨ ਅੰਦੋਲਨ ਦੌਰਾਨ, ਮਜ਼ਦੂਰ, ਭਾਰਤੀ ਨਾਗਰਿਕ ਆਪਣੀਆਂ ਜਾਨਾਂ ਵਾਰ ਗਏ ਨੇ, ਹਰ ਪਰਿਵਾਰ ਦੀ ਸੇਵਾ ਸੰਭਾਲ ਦੇ ਲਈ ਇੱਕ ਬਹੁਤ ਹੀ ਵਿਉਂਤਬੰਦ ਕਾਰਜ ਆਰੰਭ ਕੀਤਾ। ਤੇ ਅਸੀਂ ਸਿਰਫ ਪੰਜਾਬ ਦੇ ਕਿਸਾਨਾਂ ਤੱਕ ਨਹੀਂ ਸੀਮਤ, ਅਸੀਂ ਭਾਰਤ ਦੇ ਕੋਨੇ-ਕੋਨੇ ਵਿੱਚ ਜਿਹੜੇ ਕਿਸਾਨ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਸਾਰਿਆਂ ਦੇ ਪਰਿਵਾਰਾਂ ਦੀ ਸੰਭਾਲ ਕਰ ਰਹੇ ਹਾਂ, ਜਿਹਦੇ ਵਿੱਚੋਂ ਜੋ ਅੰਕੜੇ ਸਾਡੇ ਕੋਲੇ ਨੇ ਉਹਨਾਂ ਵਿੱਚ ਅੱਜ ਤੱਕ, ਕਿਉਂਕਿ ਅਸੀਂ ਜਦੋਂ ਪਿੰਡਾਂ ਵਿੱਚ ਜਾ ਰਹੇ ਹਾਂ ਕਿਸਾਨਾਂ ਕੋਲੇ ਤੇ ਉੱਥੇ ਜਾ ਕੇ ਕਈ ਵਾਰੀ ਪਤਾ ਲੱਗਦਾ ਵੀ ਇਹ ਲਾਗਲੇ 2 ਪਿੰਡ ਛੱਡ ਕੇ ਉੱਥੋਂ ਵੀ ਇੱਕ ਕਿਸਾਨ ਸ਼ਹੀਦ ਹੋਇਆ। ਸੋ ਭਾਵੇਂ ਅੰਕੜੇ ਅਖਬਾਰਾਂ ਵਿੱਚ ਆਪਾਂ ਆਮ ਤੌਰ ਤੇ 750 ਸੁਣਦੇ ਹਾਂ, ਪਰ ਸਾਡੇ ਰਿਕਾਰਡ ਵਿੱਚ 844 ਕੇਸ ਨੇ, 844 844 ਟ੍ਰੈਜੇਡੀਜ਼ ਰਿਪੋਰਟਡ ਨੇ। ਇਹਦੇ ਵਿੱਚ ਮੈਂ ਉਹ ਵੀ ਗਿਣਤੀ ਸ਼ਾਮਿਲ ਕੀਤੀ ਹੈ ਜਿਨ੍ਹਾਂ ਦੀ ਅਜੇ ਡੈਥ ਨਹੀਂ ਹੋਈ ਪਰ ਡੈਥ ਬੈੱਡ ਤੇ ਪਏ ਨੇ ਜੀ। ਮਤਲਬ ਕਿ ਇਹ ਨਹੀਂ ਕਿ ਜਦੋਂ ਬੰਦਾ ਜਾਨ ਵਾਰ ਗਿਆ ਫਿਰ ਆਪਾਂ ਉਹਦਾ ਨਾਮ ਲੈਣਾ, ਉਹਨੂੰ ਜਾਨ ਉਹਦੀ ਬਚਾਉਣ ਦੀ ਵੀ ਤਾਂ ਕੋਸ਼ਿਸ਼ ਕਰਨੀ ਹੈ ਨਾ। ਉੱਥੇ ਮੋਰਚੇ ਟਿਕਰੀ ਕੋਟ ਦੇ ਬੈਠਿਆਂ ਝੁੱਗੀ ਨੂੰ ਅੱਗ ਲੱਗ ਗਈ, ਬੀਬੀਆਂ ਝੁਲਸ ਗਈਆਂ, ਉਹ ਹੁਣ ਤੱਕ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਜੰਗ ਲੜ ਰਹੀਆਂ ਨੇ ਮਤਲਬ ਕਿ ਮੌਤ ਦੇ ਨਾਲ। ਤੇ ਉਹ ਦੂਸਰੇ ਪਾਸੇ ਪਟਿਆਲੇ ਇੱਕ ਨੌਜਵਾਨ ਬੈਨਰ ਲੈ ਕੇ ਚੌਂਕ 'ਚ ਖੜਾ ਸੀ, ਉੱਪਰ ਆ ਕੇ ਉਹਨੇ ਟਰੈਕ ਚਾੜ ਦਿੱਤਾ ਕਿਸਾਨੀ ਅੰਦੋਲਨ ਦਾ ਉਹ ਸੁਨੇਹਾ ਲੈ ਕੇ ਚੌਂਕ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਿਹਾ ਸੀ। ਇਹੋ ਜਿਹੇ ਲਗਭਗ 97 ਕੇਸ ਨੇ ਜਿਹੜੇ ਕਿ ਡੈਥ ਬੈੱਡ ਦੇ ਉੱਤੇ ਨੇ ਔਰ ਬੜੀ ਮਤਲਬ ਕਿ ਉਹਦੀ ਹਾਲਾਤ ਨਾਜ਼ੁਕ ਨੇ। ਅਸੀਂ ਉਹਨਾਂ ਦੀ ਸੰਭਾਲ ਦਾ ਯਤਨ ਵੀ ਕਰ ਰਹੇ ਹਾਂ। ਸੋ 844 ਟ੍ਰੈਜੇਡੀਜ਼ ਨੇ ਜਿਹੜੀਆਂ ਰਿਪੋਰਟਡ ਨੇ। ਇਹਦੇ ਵਿੱਚ ਬਾਟ ਸਾਹਿਬ ਸਾਡਾ ਉਪਰਾਲਾ ਇਹ ਹੈਗਾ ਵੀ ਸਾਡੀਆਂ 25 ਟੀਮਾਂ ਗ੍ਰਾਸ ਰੂਟ ਤੇ ਕੰਮ ਕਰ ਰਹੀਆਂ ਨੇ। ਸਭ ਤੋਂ ਪਹਿਲਾਂ ਜਿਹੜਾ ਸਾਡਾ ਕਾਰਜ ਹੁੰਦਾ ਕਿ ਅਸੀਂ ਪਰਿਵਾਰ ਨੂੰ ਜਾ ਕੇ ਮਿਲਦੇ ਹਾਂ, ਹੌਸਲਾ ਦਿੰਦੇ ਹਾਂ, ਉਹਦੀ ਗੱਲ ਨੂੰ ਸੁਣਦੇ ਹਾਂ, ਕਿਉਂਕਿ ਆਮ ਤੌਰ ਤੇ ਇਹੋ ਜਿਹੇ ਵੇਲੇ ਇਹ ਹੁੰਦਾ ਵੀ ਜਦੋਂ ਐਡੇ ਵੱਡੇ ਅੰਦੋਲਨ ਹੁੰਦੇ ਨੇ ਕੁਝ ਕੇਸ ਨਾ ਮੀਡੀਆ ਦੇ ਵਿੱਚ ਹਾਈਲਾਈਟ ਹੋ ਜਾਂਦੇ ਨੇ ਤੇ ਦਾਨੀ ਸੱਜਣ ਸੰਸਥਾਵਾਂ ਉਹਨਾਂ ਨੂੰ ਸਹਿਯੋਗ ਕਰ ਦਿੰਦੀਆਂ ਨੇ। ਸਾਰਾ ਕੁਝ ਮੀਡੀਆ ਦੀ ਨਿਗਾਹ 'ਚ ਆਉਣਾ ਸੰਭਵ ਨਹੀਂ ਹੁੰਦਾ ਤੇ ਬਹੁਤ ਸਾਰੇ ਵਿਚਾਰੇ ਮਾਤਰ ਸਾਥੀ ਉਹਨਾਂ ਨੂੰ ਕੋਈ ਬਾਤ ਹੀ ਨਹੀਂ ਪੁੱਛਦਾ। ਫਿਰ ਬਾਅਦ 'ਚ ਲੱਗਦਾ ਪਤਾ ਵੀ ਉਹਦੀਆਂ ਫਿਰ ਖਬਰਾਂ ਲੱਗਦੀਆਂ ਨੇ ਵੀ ਕਿਸਾਨੀ ਅੰਦੋਲਨ ਦੇ ਸ਼ਹੀਦ ਦੇ ਪਰਿਵਾਰ ਦਾ ਹਾਲ ਦੇਖੋ ਜੀ। ਹੈ ਮਤਲਬ ਕਿ ਦਾਨੀਆਂ ਦੀ ਘਾਟ ਨਹੀਂ ਹੈ,
ਬਟ ਡਾਟਾ ਤਾਂ ਜਨਰੇਟ ਹੋਵੇ ਨਾ, ਉਹ ਕੌਣ ਲੋਕ ਨੇ ਜਿਨ੍ਹਾਂ ਨੇ ਵਾਕਈ ਅੰਦੋਲਨ 'ਚ ਕੁਰਬਾਨੀ ਕੀਤੀ, ਉਹਨੂੰ ਕੋਈ ਲੈਗ ਵਰਕ ਤਾਂ ਕਰੇ। ਸੋ ਸਾਡਾ ਜਿਹੜਾ ਕਾਰਜ ਹੈ 7 ਫਰਵਰੀ ਨੂੰ 2021 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਮੇਟੀ ਆਡੀਟੋਰੀਅਮ ਦੇ ਵਿੱਚ 5 ਵਾਈਸ ਚਾਂਸਲਰਸ ਨੇ ਇਸ ਸਾਡੇ ਆਤਮ ਪ੍ਰਕਾਸ਼ ਦੇ ਵੈਬਸਾਈਟ ਤੇ ਪੋਰਟਲ ਨੂੰ ਰਿਲੀਜ਼ ਕਰਕੇ ਕਾਰਜ ਦੀ ਆਰੰਭਤਾ ਕੀਤੀ ਸੀ। ਔਰ ਉਦੋਂ ਅਸੀਂ ਜਦੋਂ ਕਾਰਜ ਆਰੰਭ ਕੀਤਾ ਸਿਰਫ 198 ਕਿਸਾਨ ਸਾਡੇ ਕੋਲੇ ਸੀਗੇ ਰਜਿਸਟਰ ਹੋਏ, ਅੱਜ 844 ਨੇ। ਤੇ ਅਸੀਂ ਕਰਦੇ ਕੀ ਆ? ਸਭ ਤੋਂ ਪਹਿਲਾ ਕੰਮ ਤਾਂ ਹੁੰਦਾ ਵੀ ਪਰਿਵਾਰ ਨੂੰ ਜਾ ਕੇ ਅੰਡਰਸਟੈਂਡ ਕਰਨਾ, ਪਰਿਵਾਰ ਨੂੰ ਹੌਸਲਾ ਦੇਣਾ, ਪਰਿਵਾਰ ਦਾ ਸਨਮਾਨ ਕਰਨਾ, ਪਰਿਵਾਰ ਨੂੰ ਅਪਣੱਤ ਦੇਣੀ ਕਿ ਅਸੀਂ ਤੁਹਾਡੇ ਨਾਲ ਆ, ਘਬਰਾਉਣ ਦੀ ਲੋੜ ਨਹੀਂ। ਕਿਉਂਕਿ ਕਈ ਵਾਰ ਅਸੀਂ ਸੋਚਦੇ ਹਾਂ ਵੀ ਪੈਸਾ ਦੇਣਾ ਹੀ ਸਹਿਯੋਗ ਹੁੰਦਾ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹਦੇ ਵਿੱਚ ਪੈਸਾ ਦੇਣਾ ਦਾ ਸਿਰਫ 15-20% ਦਾ ਕੰਮ ਹੈ, 80-85% ਦਾ ਕੰਮ ਹੀ ਹੋਰ ਕਰਨ ਵਾਲਾ ਬਾਕੀ ਪਿਆ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪੈਸੇ ਦੀ ਲੋੜ ਨਹੀਂ ਹੁੰਦੀ, ਉਹ ਇੰਨੇ ਸਬਰ ਤੇ ਸੰਤੋਖ ਵਾਲੇ ਹੁੰਦੇ ਨੇ, ਪਰ ਉਹਨਾਂ ਨੂੰ ਦਿਸ਼ਾ ਲੋੜੀਂਦੀ ਹੈ। ਤੇ ਮੈਨੂੰ ਇਹ ਗੱਲ ਕਹਿੰਦਿਆਂ ਮੈਂ ਬੜੇ ਆਪਣੀਆਂ ਦੁੱਖ ਦੀਆਂ ਰਗਾਂ ਨਾਲ ਤੁਹਾਡੇ ਪਲੇਟਫਾਰਮ ਤੇ ਗੱਲ ਦੱਸ ਰਿਹਾ ਕਿ ਜਿਹੜੇ ਸ਼ਹਾਦਤਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 85% ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਬੱਚਿਆਂ ਨੇ, ਕਿਸ ਪਰਿਵਾਰ ਦੇ ਕਿਸੇ ਮੈਂਬਰ ਨੇ ਅਜੇ ਤੱਕ 10ਵੀਂ ਦਾ ਇਮਤਿਹਾਨ ਪਾਸ ਨਹੀਂ ਕੀਤਾ। ਅੱਛਾ ਜੀ। ਆਪਾਂ ਗੱਲ ਕਰਦੇ ਹਾਂ ਸਾਖਰਤਾ ਦੀ, ਹੈ ਨਾ। ਹਰ ਜਿਹੜਾ ਸਿਆਸਤਦਾਨ ਹੈ ਉਹ ਕਹਿੰਦਾ ਅਸੀਂ ਆਹ ਕਰਤਾ ਉਹ ਕਰਤਾ, ਪਰ ਮੈਂ ਤੁਹਾਨੂੰ ਗ੍ਰਾਸ ਰੂਟ ਦੀਆਂ ਰਿਐਲਿਟੀਜ਼ ਦੱਸਦਾ ਵੀ ਸਮਾਜ ਵਿੱਚ ਕਿੱਡਾ ਵੱਡਾ ਕੰਮ ਕਰਨ ਵਾਲਾ ਬਾਕੀ ਪਿਆ। ਸੋ ਸਾਡੀ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਜਦੋਂ ਪਹੁੰਚ ਕਰਦੇ ਹਾਂ, ਉਹਦੀਆਂ ਸਾਰੀਆਂ ਲੋੜਾਂ ਨੂੰ ਸਮਝਦੇ ਹਾਂ, ਉਹਨਾਂ ਦੀਆਂ ਲੋੜਾਂ ਨੂੰ ਪਿੰਡ ਦੇ ਮੋਹਤਵਾਰ ਤੋਂ, ਹੋਰ ਸੱਜਣਾ ਤੋਂ ਤਫਤੀਸ਼ ਕਰਾਉਣੇ ਆ। ਫਿਰ ਸਾਡੀ ਇੱਕ ਸੈਂਟਰਲ ਕਮੇਟੀ ਹੈ, ਉਹ ਸਾਰਾ ਕੁਝ ਥ੍ਰੈਸ਼ ਕਰਦੀ ਹੈ। ਇੱਕ ਪਰਿਵਾਰ ਤੇ ਅਸੀਂ ਔਸਤ ਲਾਈਏ, ਸਾਡੇ ਲਗਭਗ 60 ਘੰਟੇ ਇੱਕ ਪਰਿਵਾਰ ਦੇ ਉੱਤੇ ਲੱਗ ਜਾਂਦੇ ਨੇ ਉਹਨੂੰ ਰਿਵਿਊ ਕਰਨ ਦੇ ਉੱਤੇ। ਉਸ ਤੋਂ ਬਾਅਦ ਅਸੀਂ ਸਾਰੀ ਜਾਣਕਾਰੀ ਆਪਣੀ ਵੈਬਸਾਈਟ ਤੇ ਰੱਖ ਦਿੰਦੇ ਹਾਂ, ਔਰ ਉਹਦੇ ਵਿੱਚ ਇਹ ਅਸੀਂ ਬੜਾ ਓਨੈਸਟਲੀ ਐਕਨੋਲੇਜ ਕਰਦੇ ਹਾਂ ਵੀ ਇਹ ਪਰਿਵਾਰ ਨੂੰ ਕਿਹੜੀ ਕਿਹੜੀ ਸੰਸਥਾ ਨੇ ਸਹਿਯੋਗ ਕੀਤਾ। ਕਿਉਂਕਿ ਸਾਡਾ ਮੇਨ ਪਰਪਸ ਇਹ ਆ ਵੀ ਇੱਕ ਅੰਬਰੇਲਾ ਖੜੀ ਕਰ ਦਈਏ ਵੀ ਕਿਹੜੇ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਸ਼ਹੀਦ ਹੋਇਆ, ਉਹਨਾਂ ਦੀਆਂ ਕਿਹੜੀਆਂ ਲੋੜਾਂ ਨੇ, ਉਹਨਾਂ ਵਿੱਚੋਂ ਕਿਹੜੀਆਂ ਲੋੜਾਂ ਪੂਰੀਆਂ ਹੋ ਗਈਆਂ ਨੇ ਤੇ ਕਿਹਨੇ ਪੂਰੀਆਂ ਕਰਦੀਆਂ ਨੇ, ਤੇ ਜਿਹੜੀਆਂ ਰਹਿ ਗਈਆਂ ਨੇ ਉਹ ਅਸੀਂ ਆਪਣੀ ਵੈਬਸਾਈਟ ਤੇ ਰੱਖ ਦਿੰਦੇ ਹਾਂ। ਔਰ ਉਹ ਤੋਂ ਸਾਨੂੰ ਜਿਹੜੇ ਦਾਨੀ ਸੱਜਣ ਨੇ, ਸੰਸਥਾਵਾਂ ਨੇ, ਉਹਨਾਂ ਦੇ ਵਾਸਤੇ ਡਾਟਾ ਬਹੁਤ ਸਹਾਈ ਹੁੰਦਾ ਤੇ ਉਹਦੇ ਨਾਲ ਦੀਆਂ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ। ਜੋ ਅਸੀਂ ਇਹਨਾਂ ਨੂੰ ਸਹਿਯੋਗ ਕਰਦੇ ਹਾਂ, ਉਹ ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਪਰਿਵਾਰ ਦੇ, ਜਿਸ ਪਰਿਵਾਰ ਦੀ ਸ਼ਹਾਦਤ ਹੋਈ ਹੈ, ਉਹਨੂੰ ਆਪਣੇ ਪੈਰਾਂ ਤੇ ਖੜੇ ਕਰਨ ਦੇ ਲਈ ਉਹਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ। ਔਰ ਪੰਜਾਬ ਵਿੱਚ ਇਹ ਗੱਲ ਬੜੀ ਮਹੱਤਵਪੂਰਨ ਹੈ ਕਿ ਅੰਦੋਲਨ ਵਿੱਚ ਭਾਵੇਂ ਚੇਤਨਤਾ ਆਈ ਹੈ, ਪਰ ਅਸੀਂ ਘਰਾਂ ਵਿੱਚ ਜਾ ਕੇ ਦੇਖ ਰਹੇ ਹਾਂ ਸਾਨੂੰ ਵੱਡਾ ਕੰਮ ਕਰਨਾ ਪੈਂਦਾ। ਕਈ ਵਾਰੀ ਪਰਿਵਾਰ ਦੇ ਨੌਜਵਾਨ ਕੰਮ ਕਰਨ ਨੂੰ ਵੀ ਤਿਆਰ ਨਹੀਂ ਹੈਗੇ। ਇਹ ਮਤਲਬ ਕਿ ਆਪਾਂ ਕਈ ਵਾਰੀ ਗੱਲ ਢੱਕ ਲੈਂਦੇ ਹਾਂ, ਪਰ ਇਹ ਢੱਕਣ ਵਾਲੀ ਗੱਲ ਨਹੀਂ, ਇਹ ਸੱਚਾਈ ਹੈ। ਅੰਦੋਲਨ ਨੇ ਚੇਤਨਤਾ ਲਿਆਂਦੀ ਹੈ, ਨੌਜਵਾਨ ਨਸ਼ਿਆਂ ਤੋਂ, ਆਪ ਹੁਦਰੇਪਣ ਤੋਂ ਬਾਹਰ ਆਏ ਨੇ, ਸਭ ਕੁਝ ਠੀਕ ਹੈ, ਪਰ ਫਿਰ ਵੀ ਅਸੀਂ ਫੇਸ ਕਰ ਰਹੇ ਹਾਂ ਕਿ ਕਈ ਪਰਿਵਾਰਾਂ 'ਚ ਨੌਜਵਾਨ ਹੈਗੇ ਨੇ ਪਰ ਉਹ ਕੰਮ ਕਰਨ ਨੂੰ ਤਿਆਰ ਨਹੀਂ, ਕਹਿੰਦੇ ਸਾਨੂੰ ਪੈਸਾ ਦੇ ਦਿਓ। ਤੇ ਅਸੀਂ ਕਿਹਾ ਵੀ ਤੁਹਾਨੂੰ ਪੈਸਾ ਦੇਣ ਤਾਂ ਅਸੀਂ ਆਏ ਹੀ ਨਹੀਂ, ਅਸੀਂ ਤਾਂ ਤੁਹਾਨੂੰ ਪੈਰਾਂ ਤੇ ਖੜਾ ਕਰਨ ਆਏ ਆ। ਤੁਸੀਂ ਦੱਸੋ ਅਸੀਂ ਕਰਨਾ ਕੀ ਚਾਹੁੰਦੇ ਹੋ? ਜੇ ਤੁਸੀਂ ਪਸ਼ੂ ਪਾਲਣ ਦਾ ਕੰਮ ਕਰਨਾ ਤੁਸੀਂ ਮੱਝਾਂ ਲੈ ਦਿੰਦੇ ਆ, ਤੁਸੀਂ ਆਟੋ ਰਿਕਸ਼ਾ ਚਲਾ ਸਕਦੇ ਹੋ, ਤੁਹਾਨੂੰ ਛੋਟਾ ਹਾਥੀ ਲੈਣਾ ਉਹ ਲੈ ਦਿੰਦੇ ਆ, ਵੱਡਾ ਵਹੀਕਲ ਲੈਣਾ ਉਹ ਲੈ ਦਿੰਦੇ ਆ, ਟੈਕਸੀ ਲੈਣੀ ਆ ਉਹ ਲੈ ਦਿੰਦੇ ਆ, ਪੋਲਟਰੀ ਫਾਰਮਿੰਗ ਕਰਨੀ ਆ ਤਾਂ ਉਹ ਕੰਮ ਸ਼ੁਰੂ ਕਰਾ ਦਿੰਦੇ ਆ, ਜੇ ਤੁਸੀਂ ਕੋਈ ਕਾਰਪੈਂਟਰੀ ਦਾ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਉਹ ਲੈ ਦਿੰਦੇ ਆ, ਕੋਈ ਹੋਰ ਕੰਮ ਕਰਨਾ ਹੈ, ਤੁਹਾਨੂੰ ਜਿਹੜੇ ਸੰਦ ਚਾਹੀਦੇ ਆ, ਦੁਕਾਨ ਚਾਹੀਦੀ ਆ, ਉਹ ਐਸਟੈਬਲਿਸ਼ ਕਰ ਦਿੰਦੇ ਆ, ਉਹਦੇ 'ਚ ਰਸਦ ਪਾਣੀ ਪਾ ਦਿੰਦੇ ਆ, ਕਿਰਾਣੇ ਦਾ ਸਟੋਰ ਖੋਲ ਦਿੰਦੇ ਆ। ਸੋ ਸਾਨੂੰ ਖੁਸ਼ੀ ਹੈ ਕਿ ਅਸੀਂ ਕਾਮਯਾਬ ਹੋ ਰਹੇ ਹਾਂ ਇਸ ਕੰਮ ਦੇ ਵਿੱਚ, ਇਹਨਾਂ ਪਰਿਵਾਰਾਂ ਨੂੰ ਕੰਮਕਾਰ ਸ਼ੁਰੂ ਕਰਕੇ ਦੇਣ ਦੇ ਲਈ। ਤੇ ਜਿਹੜੇ ਪਰਿਵਾਰ ਦੇ ਬੱਚੇ ਕੁਝ ਪੜ੍ਹੇ ਨੇ ਉਹਨਾਂ ਵਾਸਤੇ ਅਸੀਂ ਨੌਕਰੀਆਂ ਸਰਕਾਰ ਨੇ ਵੀ ਦਿੱਤੀਆਂ ਨੇ, ਪਰ ਸਰਕਾਰ ਨੇ ਸਿਰਫ 220 ਦੇ ਡਾਟਾ ਸਾਡੇ ਕੋਲੇ ਹੈ ਜਿਨ੍ਹਾਂ ਨੂੰ ਹੁਣ ਤੱਕ ਨੌਕਰੀਆਂ ਮਿਲੀਆਂ ਨੇ, ਪਰ ਇਹ ਗਿਣਤੀ 844 ਦੀ ਹੈ। ਤੇ ਹੁਣ ਵੋਟਾਂ ਤੋਂ ਬਾਅਦ ਸ਼ਾਇਦ ਉਹਨਾਂ ਦੀ ਬਾਤ ਪੁੱਛੇ ਕਿ ਨਾ ਪੁੱਛੇ ਰੱਬ ਜਾਣੇ, ਤੇ ਅਸੀਂ ਯਤਨ ਕਰ ਰਹੇ ਹਾਂ ਵੀ ਸਾਰਿਆਂ ਨੂੰ ਜਿਹੜਾ ਹੈਗਾ ਇੰਸ਼ੋਰ ਕੀਤਾ ਜਾਵੇ। ਫਿਰ ਕਈ ਪਰਿਵਾਰਾਂ ਵਿੱਚ ਕੀ ਹੋਇਆ, ਨੌਜਵਾਨ ਦੀ ਸ਼ਹਾਦਤ ਹੋ ਗਈ ਹੈ ਤੇ ਬੱਚੇ ਛੋਟੇ ਨੇ ਤੇ ਬਜ਼ੁਰਗ ਕੰਮ ਨਹੀਂ ਕਰ ਸਕਦੇ, ਉਹਨਾਂ ਪਰਿਵਾਰਾਂ ਨੂੰ ਅਸੀਂ ਮਾਸਕ ਪੈਨਸ਼ਨ ਲਗਾਈ ਹੈ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਉਹਨਾਂ ਦਾ ਚੱਲਦਾ ਰਹੇ। ਜਿਹੜੇ ਬਜ਼ੁਰਗ ਬਿਮਾਰ ਨੇ ਉਹਨਾਂ ਦੀਆਂ ਦਵਾਈਆਂ ਦਾ ਬੰਦੋਬਸਤ ਕਰਕੇ ਦੇ ਰਹੇ ਹਾਂ। ਔਰ ਸਭ ਤੋਂ ਵੱਡੀ ਗੱਲ, ਅਸੀਂ ਹਰ ਪਰਿਵਾਰ ਦੇ ਨਾਲ ਇੱਕ ਪੜ੍ਹੇ ਲਿਖੇ ਪ੍ਰੋਫੈਸਰ ਨੂੰ ਜਾਂ ਅਧਿਆਪਕ ਨੂੰ ਪਰਿਵਾਰ ਦਾ ਕੋਆਰਡੀਨੇਟਰ ਨਿਯੁਕਤ ਕਰ ਦਿੱਤਾ ਹੈ ਤੇ ਉਸ ਕੋਆਰਡੀਨੇਟਰ ਦੀ ਸਾਰੀ ਜਾਣਕਾਰੀ ਸਾਡੀ ਵੈਬਸਾਈਟ ਤੇ ਉਪਲਬਧ ਹੈ। ਅੱਜ ਦੀ ਤਾਰੀਖ ਤੱਕ ਅਸੀਂ 341 ਪਰਿਵਾਰਾਂ ਦਾ ਰਿਵਿਊ ਕਰ ਚੁੱਕੇ ਹਾਂ ਔਰ 295 ਪਰਿਵਾਰਾਂ ਦੇ ਨਾਲ ਅਸੀਂ ਆਪਣੇ ਕੋਆਰਡੀਨੇਟਰ ਨਿਯੁਕਤ ਕਰਕੇ ਉਹਨਾਂ ਦਾ ਸਹਿਯੋਗ ਸ਼ੁਰੂ ਕਰ ਚੁੱਕੇ ਹਾਂ। ਤੇ ਉਹ ਕੋਆਰਡੀਨੇਟਰ ਨੂੰ ਹਦਾਇਤਾਂ ਨੇ ਕਿ ਤੂੰ ਪਰਿਵਾਰ ਦੇ ਨਾਲ ਨਿਰੰਤਰ ਸੰਪਰਕ ਵਿੱਚ ਰਹਿਣਾ ਹੈ, ਮਹੀਨੇ ਵਿੱਚ 2-4 ਵਾਰੀ ਪਰਿਵਾਰ ਦੇ ਕੋਲੇ ਬਹਿ ਕੇ ਰੋਟੀ ਖਾ ਕੇ ਆਉਣੀ ਹੈ, ਪਰਿਵਾਰ ਨੂੰ ਆਪਣੇ ਘਰੇ ਬੁਲਾਉਣਾ ਤਾਂ ਕਿ ਪਰਿਵਾਰ ਤੇਰਾ ਆਪਣਾ ਹੀ
ਜਿਹੜਾ ਸ਼ਹੀਦ ਦਾ ਪਰਿਵਾਰ ਹੈ ਤੇਰੇ ਆਪਣੇ ਪਰਿਵਾਰ ਦਾ ਹਿੱਸਾ ਬਣ ਜਾਵੇ, ਦੁੱਖ ਸੁੱਖ 'ਚ ਸ਼ਰੀਕ ਹੋਣਾ ਹੈ, ਬੱਚਿਆਂ ਦੀ ਪੜ੍ਹਾਈ ਵੱਲ ਖਾਸ ਖਿਆਲ ਕਰਨਾ। ਜਿਵੇਂ ਆਪਣਾ ਦੇਖੋ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ, ਤੁਹਾਡਾ ਬੱਚਾ ਦਾ ਅੱਜ ਇਮਤਿਹਾਨ ਹੈ ਨਾ, ਤੁਸੀਂ ਭਾਵੇਂ ਦੂਰ ਦਰਾਡੇ ਵੀ ਬੈਠੇ ਹੋ ਤੇ ਆਪਣੇ ਬੇਟੇ ਨੂੰ ਸ਼ਾਮ ਨੂੰ ਪੁੱਛੋਗੇ ਬੇਟਾ ਅੱਜ ਤੇਰਾ ਇਮਤਿਹਾਨ ਸੀਗਾ ਹੈ ਨਾ, ਤੇ ਕਿਸ ਤਰ੍ਹਾਂ ਦਾ ਹੋਇਆ, ਜਾਣ ਤੋਂ ਪਹਿਲਾਂ ਉਹਨੂੰ ਵਿਸ਼ ਕਰੋਗੇ ਹੈ ਨਾ। ਤੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਹਦੇ ਨਾਲ ਸਟਰੈਂਥ ਮਿਲਦੀ ਹੈ, ਮੋਰਲ ਸਪੋਰਟ ਮਿਲਦੀ ਹੈ। ਸੋ ਸਾਡੇ ਕੋਆਰਡੀਨੇਟਰਸ ਨੂੰ ਅਸੀਂ ਇੰਸਟਰਕਸ਼ਨਸ ਦੇ ਰਹੇ ਹਾਂ, ਇਦਾਂ ਦੀ ਟ੍ਰੇਨਿੰਗ ਦੇ ਰਹੇ ਹਾਂ ਵੀ ਤੁਸੀਂ ਪਰਿਵਾਰ ਨੂੰ ਇਹਨਾਂ ਨੇੜਿਓਂ ਦੇਖਣਾ ਕਿ ਤੁਹਾਡਾ ਰੋਜ਼ ਧਿਆਨ ਹੋਵੇ ਅੱਜ ਇਸ ਪਰਿਵਾਰ ਦੇ ਘਰ ਰੋਟੀ ਪੱਕਣੋਂ ਰਹਿ ਤਾਂ ਨਹੀਂ ਗਈ, ਅੱਜ ਇਸ ਪਰਿਵਾਰ ਦੇ ਘਰੇ ਕਿਹੜਾ ਕੰਮ ਹੋ ਰਿਹਾ, ਤੁਸੀਂ ਕਿਵੇਂ ਮੋਰਲ ਸਪੋਰਟ ਦੇਣੀ ਹੈ, ਫੋਨ ਤੇ ਗੱਲਬਾਤ ਕਰਨੀ ਹੈ, ਉਤਸ਼ਾਹ ਦੇਣਾ ਹੈ, ਕਾਉਂਸਲਿੰਗ ਕਰਨੀ ਹੈ। ਸੋ ਸਾਡੇ ਜਿਹੜੇ ਟੀਚਰਸ ਪ੍ਰੋਫੈਸਰਸ ਇਹ ਕੰਮ ਕਰ ਰਹੇ ਨੇ ਉਹ ਵੀ ਆਪਣੇ ਆਪ 'ਚ ਇੰਨੇ ਨਿਹਾਲ ਨੇ ਕਿ ਇਸ ਕੰਮ ਕਰਦਿਆਂ ਉਹਨਾਂ ਦੇ ਅੰਦਰ ਬੜੀ ਪੋਜ਼ਿਟਿਵਿਟੀ ਭਰੀ ਜਾ ਰਹੀ ਹੈ, ਉਹਨਾਂ ਅੰਦਰ ਇੱਕ ਪੋਜ਼ਿਟਿਵ ਦੀਆਂ ਕਿਰਨਾਂ ਇਦਾਂ ਆ ਰਹੀਆਂ ਕਿ ਅਸੀਂ ਹੁਣ ਪੰਜਾਬ ਨੂੰ ਖੁਸ਼ਹਾਲ ਕਰਕੇ ਹਟਾਂਗੇ। ਇਦਾਂ ਦਾ ਕਾਫਲਾ ਮੈਂ ਦੇਖਿਆ, ਮੇਰੇ ਵਿਦਿਆਰਥੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਸੀਂ ਜਿਹੜਾ ਪਿੱਛੇ ਸਮਾਗਮ ਕੀਤਾ PAU ਦੇ ਆਡੀਟੋਰੀਅਮ 'ਚ, ਬਹੁਤ ਵੱਡਾ ਫੰਕਸ਼ਨ ਸੀ। ਉਸ ਤੋਂ ਬਾਅਦ ਮੇਰੇ ਵਿਦਿਆਰਥੀਆਂ ਦੇ ਵਿੱਚ ਇੰਨੀ ਮੈਂ ਦੇਖ ਰਿਹਾ ਕਿ ਉਹਨਾਂ ਦੇ ਰੌਂਗਟੇ ਖੜੇ ਹੁੰਦੇ ਨੇ ਜਦੋਂ ਉਹਨਾਂ ਨੂੰ ਸ਼ਹੀਦ ਕਿਸਾਨਾਂ ਦੀ ਗੱਲ ਕਰਦੇ ਆ, ਵਰਚੁਅਲੀ ਮੈਂ ਦੇਖਦਾ ਉਹਨਾਂ ਦੇ ਰੌਂਗਟੇ ਖੜੇ ਹੋਏ, ਔਰ ਉਹ ਚਾਹੁੰਦੇ ਨੇ ਕਿ ਅਸੀਂ ਨਾ ਪਰਿਵਾਰਾਂ ਨੂੰ ਆਪਣੇ ਮੋਢਿਆਂ ਦੀ ਚੱਕ ਕੇ ਇਦਾਂ ਸੰਭਾਲੀਏ ਕਿ ਹਰ ਪਰਿਵਾਰ ਦੇ ਬੱਚੇ ਨੂੰ ਪੜ੍ਹਾ ਲਿਖਾ ਕੇ ਅਸੀਂ ਕਿਸੇ ਨਾ ਕਿਸੇ ਗੈਸਟਡ ਪੋਜੀਸ਼ਨ ਤੇ ਪਹੁੰਚਾਉਣਾ ਹੈ। ਉੱਥੇ ਬੈਠ ਕੇ ਜਿਹੜੀਆਂ ਸਾਡੀ ਸ਼ਹਾਦਤਾਂ ਦਿੱਤੀਆਂ ਨੇ, ਜਦੋਂ ਇਹਨਾਂ ਪਰਿਵਾਰਾਂ ਦੇ ਬੱਚੇ ਪੜ੍ਹ ਲਿਖ ਕੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੋਣਗੇ, ਪੁਲਿਸ ਕਮਿਸ਼ਨਰ ਹੋਣਗੇ, ਵਿਗਿਆਨੀ ਹੋਣਗੇ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੋਣਗੇ, ਤਾਂ ਫਿਰ ਸਾਨੂੰ ਇਦਾਂ ਸ਼ਹਾਦਤਾਂ ਨਹੀਂ ਦੇਣੀਆਂ ਪੈਣਗੀਆਂ। ਅਸੀਂ ਕਲਮ ਨਾਲ ਗੱਲ ਕਰਾਂਗੇ, ਇੰਟੈਲੈਕਟ ਜਾਂ ਸਾਹਮਣੇ ਆ ਕੇ ਨਿੱਤਰ ਨਾ, ਤਾਂ ਫਿਰ ਸਰਕਾਰਾਂ ਧੱਕਾ ਨਹੀਂ ਕਰ ਸਕਦੀਆਂ। ਸੋ ਉਹ ਅਸੀਂ ਇੱਕ ਪੰਜਾਬ ਦੀ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਲਈ ਇਹ ਵੱਡਾ ਕੰਮ ਕਰ ਰਹੇ ਹਾਂ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਆਪਣੇ ਸਰੋਤਿਆਂ ਨਾਲ ਦੀ ਸਾਂਝ ਪਾਈ ਹੈ, ਔਰ ਇੱਕ ਵਿਲੱਖਣ ਕੰਮ ਹੈ, ਸਾਡੀ ਇੱਕ ਆਰਕਾਈਵਜ਼ ਬਣ ਰਹੀ ਹੈ ਨਾ, ਕਿਹੜੇ ਲੋਕ ਸ਼ਹੀਦ, ਉਹਨਾਂ ਦੇ ਕਿਹੜੇ ਪਰਿਵਾਰ ਨੇ। ਅੱਛਾ, ਸਭ ਤੋਂ ਵੱਡੀ ਗੱਲ ਜਿੱਥੇ ਪੈਸਾ ਇਨਵੋਲਵ ਹੁੰਦਾ, ਕਈ ਵਾਰੀ ਹੁੰਦਾ ਵੀ ਉਹ ਰੋਲਾ ਘਚੋਲਾ ਜਿਹਾ ਹੀ ਹੁੰਦਾ, ਕਿੰਨਾ ਇਕੱਠਾ ਹੋਇਆ ਕਿੱਥੇ। ਮੈਂ ਡਾਕਟਰ ਸਾਹਿਬ ਤੁਹਾਨੂੰ ਰੋਕਣ ਲੱਗਿਆ, ਮੈਂ ਉੱਥੇ ਆਉਣ ਲੱਗਿਆ ਸੀ, ਪਰ ਮੈਂ ਇੱਕ ਵਾਰੀ ਇੱਟਾਂ ਚਿਣਦੇ ਹਾਂ ਕਿ ਆਤਮ ਪ੍ਰਕਾਸ਼ ਨਾਂ ਦੀ ਜਥੇਬੰਦੀ, ਗੈਰ ਸਰਕਾਰੀ ਜਥੇਬੰਦੀ, ਡਾਕਟਰ ਵਰਿੰਦਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਚਲਾ ਰਹੇ ਨੇ। ਮੈਂ ਜਿੱਥੇ ਗਲਤ ਹੋਇਆ ਮੈਂ ਛੋਟੇ ਛੋਟੇ ਸਵਾਲ ਪੁੱਛੂੰਗਾ। ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਭਾਈ ਇੰਨਾ ਲੰਬਾ ਸਮਾਂ ਅੰਦੋਲਨ ਚੱਲਿਆ, ਜਿਹੜੇ ਲੋਕ ਜਹਾਨੋਂ ਚਲੇ ਗਏ ਜਾਂ ਜਿਹੜੇ ਲੋਕ ਹਸਪੀਟਲਾਂ ਦੇ ਵਿੱਚ ਨੇ, ਕੋਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜਾਂ ਨਕਾਰਾ ਹੀ ਹੋ ਗਿਆ ਕੋਈ ਬੰਦਾ ਐਕਸੀਡੈਂਟ 'ਚ, ਕਿਸੇ ਹੋਰ ਕੰਮ 'ਚ, ਸਭ ਤੋਂ ਪਹਿਲਾਂ ਸੂਚੀ ਨਹੀਂ ਬਣਦੀ ਕਿ ਉਹਨਾਂ ਦੀ ਲਿਸਟ ਤਿਆਰ ਕੀਤੀ ਗਈ। ਫਿਰ ਉਹਨਾਂ ਪਰਿਵਾਰਾਂ ਦੇ ਨਾਲ ਸੰਪਰਕ ਕੀਤਾ ਗਿਆ ਕਿ ਤੁਹਾਡੀ ਲੋੜ ਕੀ ਹੈ। ਜੇ ਘਰ ਦੇ ਵਿੱਚ ਬੱਚੇ ਪੜ੍ਹਨ ਵਾਲੇ ਆ, ਉਹ ਲੋੜ ਪਹਿਚਾਣੀ ਗਈ। ਜੇ ਜਵਾਨ ਪੁੱਤਰ ਚਲਾ ਗਿਆ, ਬਜ਼ੁਰਗਾਂ ਦੀ ਦਵਾ ਦਾਰੂ ਚੱਲਦੀ ਹੈ, ਉਹ ਲੋੜ ਪਹਿਚਾਣੀ ਗਈ। ਜੇ ਮੋਰਲ ਸਪੋਰਟ ਦੀ ਲੋੜ ਹੈ, ਉਹਨਾਂ ਨੂੰ ਲੱਗੇ ਕਿ ਭਾਈ ਜੇ ਸਾਨੂੰ ਕੋਈ ਲੋੜ ਹੁੰਦੀ, ਹਬੀ ਨਬੀ ਹੁੰਦੀ, ਤਾਂ ਅਸੀਂ ਕਿੱਥੇ ਸੰਪਰਕ ਕਰੀਏ, ਕੋਆਰਡੀਨੇਟਰ ਲਾ ਦਿੱਤਾ। ਤੇ ਸਭ ਤੋਂ ਵੱਡੀ ਗੱਲ ਕਿ ਇਹ ਨਹੀਂ ਕਿ ਉਹਨਾਂ ਨੂੰ ਦਾਣੇ ਦੇ ਦਿੱਤੇ, ਕਿ ਉਹਨਾਂ ਨੂੰ ਦਾਲ ਦੇ ਦਿੱਤੀ ਜਾਂ ਆਟਾ ਦਾਲ ਦੇ ਦਿੱਤਾ ਤੇ ਮੁੜ ਕੇ ਹੋਰ ਕੋਈ ਗੱਲ ਹੋਵੇ, ਬੱਚਿਆਂ ਨੇ ਕੱਲ੍ਹ ਨੂੰ ਯੂਨੀਵਰਸਿਟੀ ਜਾਣਾ, ਕੋਈ ਗਾਈਡ ਕਰਨ ਵਾਲਾ ਹੋਵੇ, ਉਹ ਸਾਰਾ ਖੱਪਾ, ਉਹ ਸਾਰੀ ਵਿੱਥ, ਉਹ ਸਾਰਾ ਗੈਪ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ। ਡਾਕਟਰ ਸਾਹਿਬ, ਕੀ ਮੈਂ ਠੀਕ ਹੀ ਦੱਸਿਆ ਜੀ? ਹਾਂਜੀ, ਬਿਲਕੁਲ, ਤੁਸੀਂ ਬਿਲਕੁਲ ਠੀਕ ਦੱਸਿਆ ਜੀ। ਅੱਛਾ, ਹੁਣ ਡਾਕਟਰ ਸਾਹਿਬ ਅੱਗੇ ਮੈਂ ਪੁੱਛਦਾ ਕਿ ਤੁਸੀਂ ਵੈਬਸਾਈਟ ਦੇ ਉੱਤੇ ਸਾਰਾ ਕੁਝ ਪਾ ਦਿੱਤਾ, ਜੇ ਕਿਸੇ ਹੋਰ ਸੰਸਥਾ ਨੇ ਵੀ ਉਹਨਾਂ ਨੂੰ ਮਦਦ ਕੀਤੀ ਹੈ ਤੇ ਉਹ ਵੀ ਗੱਲ ਤੁਸੀਂ ਉੱਥੇ ਲਿਖ ਦਿੱਤੀ, ਪਰ ਬਹੁਤੀ ਵਾਰੀ ਆਮ ਲੋਕਾਂ ਨੂੰ ਇਹ ਹੁੰਦਾ ਕਿ ਭਾਈ ਪਤਾ ਨਹੀਂ ਜੇ ਅਸੀਂ ਰੁਪਈਏ ਧੇਲੇ ਦਾ ਯੋਗਦਾਨ ਦਿੱਤਾ, ਕਿਸੇ ਸਿਰੇ ਬੰਨੇ ਲੱਗਣਾ ਕਿ ਨਹੀਂ ਲੱਗਣਾ, ਕਿੱਥੇ ਉਹ ਪੈਸੇ ਲੱਗੇ ਨੇ, ਜਾਂ ਕਈ ਵਾਰੀ ਬੰਦਿਆਂ ਨੂੰ ਹੁੰਦਾ ਕਿ ਅਸੀਂ ਪਰਿਵਾਰ ਹੀ ਅਡਾਪਟ ਕਰ ਲੈਣਾ ਵੀ ਅਸੀਂ ਇੰਨੀ ਕੁ ਸੇਵਾ ਕਰਨੀ ਹੈ। ਉਹਦਾ ਬਿਲਕੁਲ ਟਰਾਂਸਪੇਰੈਂਟ, ਪਾਰਦਰਸ਼ੀ ਪ੍ਰੋਸੀਜਰ, ਪ੍ਰਕਿਰਿਆ ਕੀ ਹੈ ਜੀ, ਜਿਹਦੇ ਨਾਲ ਕਿ ਲੋਕਾਂ ਨੂੰ ਤਸੱਲੀ ਹੋ ਜਾਏ? ਹਾਂਜੀ, ਇਹ ਮਤਲਬ ਕਿ ਬਹੁਤ ਮਹੱਤਵਪੂਰਨ ਗੱਲ ਹੁੰਦੀ ਹੈ, ਕਿਉਂਕਿ ਅਸੀਂ ਇਹ ਜਦੋਂ ਤੁਰੇ ਸੀ ਨਾ, ਉਦੋਂ ਇਹ ਮੰਨ ਕੇ ਤੁਰੇ ਸੀ ਵੀ ਇਸ ਕੰਮ ਨੂੰ ਇਸ ਢੰਗ ਨਾਲ ਕਰਨਾ ਕਿ ਇੱਕ ਰੋਲ ਮਾਡਲ ਇਸਟੈਬਲਿਸ਼ ਕਰ ਦੇਣਾ ਕਿ ਕਮਿਊਨਿਟੀ ਦੇ ਕੰਮ ਹੋਣੇ ਕਿਵੇਂ ਚਾਹੀਦੇ ਆ। ਸੋ ਇੱਕ ਪਹਿਲੀ ਗੱਲ ਤਾਂ ਵੀ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਆਉਣ ਦੀਆਂ ਜਾਂ ਜਾਣ ਦੀਆਂ, ਉਹ ਸਾਰੀਆਂ ਬੈਂਕ ਰਾਹੀਂ ਹੁੰਦੀਆਂ, ਨੋ ਕੈਸ਼ ਟਰੈਵਲ। ਤੇ ਸੈਕੰਡ ਗੱਲ, ਜਿਹੜਾ ਕਿਸੇ ਪਰਿਵਾਰ ਨੂੰ ਕੀ ਦਿੱਤਾ ਜਾਣਾ ਹੈ, ਉਹ ਸਾਰਾ ਕੁਝ ਮਤਲਬ ਕਿ ਇੱਕ ਅੱਧਾ ਬੰਦਾ ਤੈਅ ਨਹੀਂ ਕਰਦਾ। ਪਹਿਲਾਂ ਤਾਂ ਜਿਹੜੀ ਗ੍ਰਾਸਰੂਟ ਤੇ ਟੀਮ ਕੰਮ ਕਰਦੀ ਹੈ, ਉਹ ਦੱਸਦੀ ਹੈ ਕਿ ਇਸ ਪਰਿਵਾਰ ਨੂੰ ਇੰਨੇ ਪੈਸੇ ਦੀ, ਇੰਨੇ ਦੀ ਵਿੱਤ ਦੀ ਲੋੜ ਹੈ। ਉਸ ਤੋਂ ਬਾਅਦ ਸੈਂਟਰਲ ਕਮੇਟੀ ਨਾਲ ਬੈਠਦੀ ਹੈ, ਸੈਂਟਰਲ ਕਮੇਟੀ ਬੈਠ ਕੇ ਉਹਨੂੰ ਬੜਾ ਬਰੀਕੀ ਪੁਣਛਾਣ ਕਰਦੀ ਹੈ। ਉਦੋਂ ਯੂਨੈਨਿਮਸਲੀ ਡਿਸੀਜਨ ਹੋ ਜਾਂਦਾ ਵੀ ਇਸ ਪਰਿਵਾਰ ਨੂੰ ਇੰਨਾ ਪੈਸਾ ਦੇਣਾ ਹੈ। ਉਹ ਪੈਸਾ ਵੈਬਸਾਈਟ ਤੇ
ਮੈਂਸ਼ਨ ਹੋ ਜਾਂਦਾ ਹੈ, ਤੇ ਵੈਬਸਾਈਟ ਤੇ ਮੈਂਸ਼ਨ ਹੋਣ ਤੋਂ ਬਾਅਦ ਜਿਹੜਾ ਵੀ ਸੱਜਣ ਉਸ ਪੈਸੇ ਨੂੰ ਦਿੰਦਾ ਹੈ ਉਹਦਾ ਨਾਮ ਮੈਂਸ਼ਨ ਹੋ ਜਾਂਦਾ ਹੈ। ਜੇ ਉਹ ਕਿਸੇ ਪਰਿਵਾਰ ਨੂੰ, ਖਾਸ ਪਰਿਵਾਰ ਨੂੰ ਚੁਣਦਾ ਹੈ, ਤੇ ਉਸ ਤੋਂ ਬਾਅਦ ਉਸ ਡੋਨਰ ਨੂੰ ਉਸ ਪਰਿਵਾਰ ਦਾ ਸੰਪਰਕ ਕਰਵਾ ਦਿੱਤਾ ਜਾਂਦਾ ਹੈ, ਫੋਨ ਨੰਬਰ ਦੇ ਦਿੱਤਾ ਜਾਂਦਾ ਹੈ, ਤੇ ਉਹ ਫ੍ਰੀਕੁਐਂਟਲੀ ਜਾਂ ਆਪਣੀ ਮਰਜ਼ੀ ਮੁਤਾਬਕ ਉਸ ਪਰਿਵਾਰ ਨੂੰ ਗੱਲ ਕਰ ਸਕਦਾ ਹੈ। ਸੋ ਇਹ ਜਿਹੜਾ ਫੈਸਲਾ ਹੁੰਦਾ ਪੈਸਾ ਦੇਣ ਦਾ, ਇਹਨੂੰ ਕੋਈ ਵੀ ਇੱਕ ਵਿਅਕਤੀ ਨਹੀਂ ਕਰਦਾ। ਖਾਸ ਕਰਕੇ ਮੈਂ ਤਾਂ ਬਿਲਕੁਲ ਨਹੀਂ ਕਰਦਾ, ਕਿਉਂਕਿ ਮੈਂ ਸਾਰੇ ਕੰਮ ਨੂੰ ਦੇਖ ਰਿਹਾ, ਤੇ ਮੇਰੀ ਮੈਂ ਹੁਣ ਤੁਹਾਡੇ ਨਾਲ ਵੀਡੀਓ ਤੇ ਬੈਠ ਕੇ ਥੋੜੇ ਲਾਈਵ ਗੱਲ ਕਰ ਰਹੇ ਹਾਂ, ਮੇਰੇ ਸਾਰੀ ਟੀਮ ਇਹਨੂੰ ਸੁਣ ਰਹੀ ਹੈ। ਅੱਜ ਤੱਕ ਮੈਂ ਕਦੀ ਇੰਟਰਫੀਅਰ ਨਹੀਂ ਕੀਤਾ ਵੀ ਕਿਹਨੂੰ ਪੈਸਾ ਦੇਣਾ ਹੈ ਤੇ ਕਿਹਨੂੰ ਨਹੀਂ ਦੇਣਾ। ਟੀਮ ਫੈਸਲਾ ਕਰਦੀ ਹੈ, ਔਰ ਉਹ ਜੋ ਫੈਸਲਾ ਕਰਦੀ ਹੈ ਉਹਨੂੰ ਐਗਜ਼ੀਕਿਊਟ ਕਰਨ ਦੀ ਜ਼ਿੰਮੇਵਾਰੀ ਮੇਰੀ ਜ਼ਰੂਰ ਹੁੰਦੀ ਹੈ, ਪਰ ਉਹ ਕਿਹਨੂੰ ਕੀਤਾ ਜਾਣਾ ਇਹਦੇ ਵਿੱਚ ਟੀਮ ਬਹੁਤ ਬਰੀਕੀ ਚ ਪਹੁੰਚਾਣ ਕਰਦੀ ਹੈ। ਔਰ ਜਿਹੜਾ ਡੋਨਰ ਹੁੰਦਾ ਹੈ ਉਹਨੂੰ ਅਸੀਂ ਉਸ ਪਰਿਵਾਰ ਨਾਲ ਸੰਪਰਕ ਕਰਵਾ ਦਿੰਦੇ ਹਾਂ, ਤੇ ਡੋਨਰ ਨੂੰ ਦੱਸ ਵੀ ਦਿੰਦੇ ਹਾਂ ਵੀ ਸਾਡੇ ਕੋਲੇ ਅਸੀਂ ਆਹ ਪਰਿਵਾਰ ਨੇ, ਤੂੰ ਆਪਣੀ ਮਰਜ਼ੀ ਦਾ ਆਪ ਚੁਣ ਲੈ ਜਿੱਥੇ ਤੇਰਾ ਮਨ ਹੈਗਾ। ਇਹ ਮਤਲਬ ਕਿ ਹਾਈ ਲੈਵਲ ਆਫ ਟਰਾਂਸਪੇਰੈਂਸੀ ਹੈਗੀ ਹੈ, ਤੇ ਜਿਹੜੀ ਕਿ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਮੁੱਦਤਾਂ ਤੱਕ ਰੋਲ ਮਾਡਲ ਰਹੇਗੀ ਕਿ ਕਿਸ ਤਰ੍ਹਾਂ ਪੈਸਾ ਸੰਗਤ ਦਾ। ਇਹੀ ਕਾਰਨ ਹੈ ਕਿ ਸਾਨੂੰ ਪੈਸੇ ਦੀ ਕੋਈ ਥੋੜ ਨਹੀਂ ਹੈਗੀ। ਮੈਂ ਹੁਣ ਤੁਹਾਡੇ ਮਾਧਿਅਮ ਤੇ ਬੈਠ ਕੇ ਵੀ ਕੋਈ ਮੈਂ ਇਦਾਂ ਦੀ ਅਪੀਲ ਨਹੀਂ ਕਰਨੀ ਕਿ ਸਾਨੂੰ ਪੈਸਾ ਦਿਓ, ਕਿਉਂਕਿ ਪੈਸਾ ਸਾਨੂੰ ਆਏ ਮਿਲ ਰਿਹਾ। ਜਿਵੇਂ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਵੀ ਉਹ ਦਰਬਾਰ ਸਾਹਿਬ ਜਾਈਏ ਨਾ, ਤੇ ਉਹ ਭਾਂਡੇ ਮਾਂਜਣ ਨੂੰ ਸੇਵਾ ਤੇ ਖੜ ਜਾਈਏ, ਤੇ ਲੱਖਾਂ ਦਾ ਇਕੱਠ ਹੁੰਦਾ, ਤੇ ਭਾਂਡੇ ਆਉਂਦੇ ਉਹ ਮਿੰਟਾਂ 'ਚ ਹੀ ਖਤਮ ਹੋ ਜਾਂਦੇ ਆ, ਤੇ ਖੜ ਕੇ ਉਡੀਕਣਾ ਪੈਂਦਾ ਵੀ ਹੁਣ ਭਾਂਡੇ ਹੋ ਰਹਿਣ ਤੇ ਮਾਂਜ ਲਈ ਜੀ। ਹਾਂਜੀ, ਅਸੀਂ ਆਪਣੇ ਕਿਸਾਨ ਸ਼ਹੀਦਾਂ ਦੇ ਪਰਿਵਾਰ ਵੈਬਸਾਈਟ ਤੇ ਰੱਖਦੇ ਹਾਂ, ਦਾਨੀ ਸੱਜਣ ਆਉਂਦੇ ਨੇ, ਸੇਵਾ ਲੈ ਲੈਂਦੇ ਨੇ, ਸਾਨੂੰ ਕੋਈ ਇਹਦੇ ਕੋਈ ਬੋਝ ਨਹੀਂ। ਅਸੀਂ ਅੱਜ ਤੱਕ ਕੋਈ ਫੰਡ ਰੇਜ਼ਿੰਗ ਇਹਦੇ ਵਾਸਤੇ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਨਹੀਂ ਕੀਤੀ, ਨਾ ਹੀ ਮੈਂ ਇੱਥੇ ਕੋਈ ਕਾਲ ਦੇਣੀ ਚਾਹੁੰਦਾ। ਸਾਡੀ ਵੈਬਸਾਈਟ ਨੂੰ ਜ਼ਰੂਰ ਵਿਜ਼ਿਟ ਕਰੋ, ਜਿਹੜੇ ਪਰਿਵਾਰ ਲੋੜਵੰਦ ਉੱਥੇ ਮੈਂਸ਼ਨ ਨੇ ਉਹਨਾਂ ਨੂੰ ਸੰਭਾਲ ਲਓ, ਤੇ ਬਸ ਤੁਹਾਡਾ ਤੁਸੀਂ ਡਾਇਰੈਕਟ ਵੀ ਦੇ ਸਕਦੇ ਹੋ ਪੈਸੇ। ਅਸੀਂ ਸਾਡੇ ਕੋਲ ਇਹ ਵੀ ਆਪਸ਼ਨ ਹੈ ਕਿ ਜ਼ਰੂਰੀ ਨਹੀਂ ਕਿ ਪੈਸੇ ਸਾਨੂੰ ਹੀ ਦੇਣੇ ਆ, ਤੁਸੀਂ ਡਾਇਰੈਕਟ ਪਰਿਵਾਰ ਨੂੰ ਵੀ ਦੇ ਸਕਦੇ ਹੋ, ਤੇ ਸਾਨੂੰ ਮੈਂਸ਼ਨ ਕਰ ਦਿਓ, ਤੇ ਅਸੀਂ ਉਹਦੇ ਤੇ ਐਕਨੋਲਜ ਕਰ ਦੇਵਾਂਗੇ ਤੁਹਾਡੀ ਫੈਮਿਲੀ। ਅਦਰਵਾਈਜ਼ ਆਤਮ ਪ੍ਰਕਾਸ਼ ਕੋਲੇ ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ ਦੀ ATG ਦੀ ਰਿਬੇਟ ਹੈ, ਤੁਸੀਂ ਉਹ ਸਾਡੇ ਰਾਹੀਂ ਜਦੋਂ ਦਵੋਗੇ ਤੁਹਾਨੂੰ ਉਹਦੇ ਚ ਇਨਕਮ ਟੈਕਸ ਦਾ ਜਿਹੜਾ ਤੁਸੀਂ ਬੈਨੀਫਿਟ ਉਹ ਅਵੇਲ ਕਰ ਸਕਦੇ ਹੋ। ਬਾਕੀ ਜਿਵੇਂ ਅਸੀਂ ਬਣਾ ਕਿਸ ਤਰ੍ਹਾਂ ਵੀ ਕਰਨਾ ਚਾਹੋ। ਡਾਕਟਰ ਸਾਹਿਬ, ਟੀਮ ਚ ਕੌਣ ਕੌਣ ਹੈ ਜੀ ਤੁਹਾਡੇ ਨਾਲ? ਕੌਣ ਲੋਕ ਨੇ ਜਿਹੜੇ ਸਹਿਯੋਗ ਕਰਦੇ? ਤੁਸੀਂ ਵਿਦਿਆਰਥੀਆਂ ਦਾ ਆਪਣਿਆਂ ਦਾ ਜ਼ਿਕਰ ਕੀਤਾ ਸੀ, ਹੋਰ ਸੱਜਣ ਕੌਣ ਨੇ ਜੀ? ਸਾਡੀ ਵੈਬਸਾਈਟ ਤੇ ਸਾਡੀ ਸਾਰੀ ਐਕਟਿਵ ਟੀਮ ਜਿਹੜੀ ਉਹਦੀਆਂ ਡਿਟੇਲਸ ਅਵੇਲੇਬਲ, ਮੈਂ ਮੋਟਾ ਫਿਰ ਵੀ ਦੱਸ ਦਿੰਦਾ। ਡਾਕਟਰ ਨਛੱਤਰ ਸਿੰਘ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਰਹੇ ਨੇ। ਉਸ ਤੋਂ ਬਾਅਦ ਉਹ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਵੀ ਰਹੇ ਨੇ, ਉਹ ਸਾਡੇ ਆਤਮ ਪ੍ਰਕਾਸ਼ ਦੇ ਡਾਇਰੈਕਟਰ ਨੇ। ਔਰ ਦਮਦਮਾ ਸਾਹਿਬ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਹੈਗਾ ਕੈਂਪਸ ਗੁਰੂ ਕਾਸ਼ੀ, ਉਹਦੇ ਵਿੱਚ ਪ੍ਰੋਫੈਸਰ ਨੇ ਕੰਪਿਊਟਰ ਸਾਇੰਸ ਦੇ ਡਾਕਟਰ ਸੁਖਵਿੰਦਰ ਸਿੰਘ, ਉਹ ਸਾਡੇ ਸਕੱਤਰ ਨੇ। ਉਹਨਾਂ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਡੇ ਪ੍ਰੋਫੈਸਰ ਨੇ ਡਾਕਟਰ ਤੇਂਦਰਜੀਤ ਸਿੰਘ ਬੈਂਸ, ਉਹ ਇਸ ਕੰਮ ਨੂੰ ਬਹੁਤ ਸਿਰਤਾ ਨਾਲ ਕਰ ਰਹੇ ਨੇ। ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਹ ਸਟੇਟ ਅਫਸਰ ਸਨ ਜੋ ਅਸੀਂ ਕੰਮ ਸ਼ੁਰੂ ਕੀਤਾ, ਉਹਨਾਂ ਨੇ ਇਸ ਕੰਮ ਨੂੰ ਅਰਪਣ ਹੋਣ ਦੇ ਲਈ ਆਪਣੀ ਪ੍ਰੀ ਮੈਚੁਰ ਰਿਟਾਇਰਮੈਂਟ ਵੀ ਲੈ ਲਈ, ਉਹ ਫੁੱਲ ਟਾਈਮ ਇਸ ਕੰਮ ਦੇ ਵਿੱਚ ਉਹ ਲੱਗੇ ਹੋਏ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਰ ਬਹੁਤ ਸਾਰੇ ਪ੍ਰੋਫੈਸਰ, ਲੁਧਿਆਣੇ ਦੇ ਵੱਖ-ਵੱਖ ਕਾਲਜਾਂ ਦੇ, ਸਕੂਲਾਂ ਦੇ ਪ੍ਰਿੰਸੀਪਲ, ਜਿਹਨਾਂ ਡਿਟੇਲ ਸਾਡੀ ਵੈਬਸਾਈਟ ਤੇ ਉਪਲਬਧ ਨੇ। ਔਰ ਬਹੁਤ ਸਾਰੇ ਮਤਲਬ ਕਿ ਨਿਸ਼ਕਾਮ ਤੌਰ ਤੇ ਆਪਣੀਆਂ ਸਰਵਿਸਿਜ਼ ਛੱਡ ਕੇ 2-3 ਮੈਂਬਰ ਸਾਡੇ ਕੋਲੇ ਹੋਰ ਨੇ ਜਿਹੜੇ ਸਾਡੇ ਆਤਮ ਪ੍ਰਕਾਸ਼ ਦੇ ਪ੍ਰੋਜੈਕਟ ਪਿਛਲੇ 2-3 ਸਾਲਾਂ ਤੋਂ ਲਗਾਤਾਰ ਨਿਸ਼ਕਾਮ ਤੌਰ ਤੇ ਯਤਨਸ਼ੀਲ ਨੇ। ਉਹ ਸਾਰੀਆਂ ਡਿਟੇਲਸ ਵਿਸਥਾਰ ਦੇ ਵਿੱਚ ਤੁਸੀਂ ਸਾਡੀ ਵੈਬਸਾਈਟ ਤੋਂ ਉਹਨਾਂ ਸਾਰੇ ਸਜਣਾਂ ਪ੍ਰਾਪਤ ਕਰ ਸਕਦੇ ਹੋ। ਠੀਕ ਹੈ ਜੀ। ਡਾਕਟਰ ਸਾਹਿਬ, ਇੱਕ ਚੀਜ਼ ਹੁਣ ਮੈਨੂੰ ਆਖਰੀ ਜ਼ਰੂਰ ਦੱਸਿਓ, ਕਈ ਵਾਰੀ ਨਾ ਕੋਈ ਕੰਮ ਹੁੰਦਾ ਕਿ ਕਿਸੇ ਦਾ ਵਿਰੋਧ ਕਰਕੇ ਕੀਤਾ ਜਾਣਾ, ਤੁਸੀਂ ਅਵਾਰਡ ਵੀ ਲੈਣ ਤੋਂ ਇਨਕਾਰ ਕੀਤਾ, ਤੁਹਾਡੀ ਉੱਥੇ ਸ਼ਾਲੀਨਤਾ, ਤੁਸੀਂ ਜਿਸ ਸੱਭਿਅਕ ਢੰਗ ਦੇ ਨਾਲ ਉਹ ਸਾਰਾ ਕੰਮ ਕੀਤਾ, ਸ਼ਾਇਦ ਉਹ ਜ਼ਿਆਦਾ ਐਕਨੋਲਜ ਹੋਇਆ। ਕੀ ਇਹਨੂੰ ਕੀ ਸਮਝਿਆ ਜਾਵੇ ਕਿ ਭਾਈ ਇਹ ਕਿਸੇ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ, ਸਰਕਾਰਾਂ ਦਾ ਇਹਦੇ ਵਿੱਚ ਵਿਰੋਧ ਆ, ਜਾਂ ਕੀ? ਜਾਣੀ ਥੋੜ੍ਹੀ ਜਿਹੀ ਕਹਾਣੀ ਦੱਸਿਓ। ਤੁਸੀਂ ਸਰਕਾਰੀ ਤਨਖਾਹ ਲੈਂਦੇ ਹੋ, ਸਰਕਾਰੀ ਅਦਾਰੇ ਦੇ ਵਿੱਚ ਕੰਮ ਕਰਦੇ ਹੋ, ਇਹਨੂੰ ਮੋਟਾ ਜਿਹਾ ਕਿਵੇਂ ਸਮਝੀਏ? ਦੇਖੋ ਜੀ, ਮੈਂ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਖੱਤ ਲਿਖਿਆ ਸੀਗਾ ਜਦੋਂ ਮੈਂ ਅਵਾਰਡ ਵਾਪਸ ਕੀਤਾ, ਉਹ ਖੱਤ ਨੂੰ ਵੀ ਮੈਂ ਇੱਥੋਂ ਹੀ ਸ਼ੁਰੂ ਕੀਤਾ ਸੀ। I am neither a terrorist nor a politician and writing you in a capacity of academician working for the welfare of the farming community। ਦੇਖੋ, ਮੈਂ ਇੱਕ ਅਕਾਦਮਿਕ ਮਾਹਰ ਹਾਂ, ਮੈਂ ਵਿਗਿਆਨ ਦਾ ਵਿਦਿਆਰਥੀ ਹਾਂ, ਤੇ ਮੈਂ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ ਚਾਹੁੰਦਾ। ਤੇ ਮੈਂ ਇਹ ਸਮਝਦਾ ਕਿ ਮੈਂ ਸਰਕਾਰ ਦਾ ਨੌਕਰ ਨਹੀਂ ਆ। ਸਰਕਾਰ ਨੇ ਮੈਨੂੰ ਇੰਪਲੋਏ ਕੀਤਾ ਹੈ ਲੋਕਾਂ ਦੀ ਸੇਵਾ ਕਰਨ ਦੇ ਲਈ। ਮੈਂ ਲੋਕਾਂ ਦਾ ਨੌਕਰ ਹਾਂ, ਮੈਂ ਕਿਸਾਨਾਂ ਦਾ ਨੌਕਰ ਹਾਂ, ਮੈਂ ਆਪਣੇ ਦੇਸ਼ ਦਾ ਨੌਕਰ ਹਾਂ।
ਤੇ ਮੈਂ ਆਪਣੇ ਦੇਸ਼ ਪ੍ਰਤੀ ਵਫਾਦਾਰ ਹੋਣਾ ਮੇਰਾ ਜ਼ਰੂਰੀ ਹੈ। ਸਰਕਾਰ ਤਾਂ ਅੱਜ ਕਿਸੇ ਦੀ ਹੁੰਦੀ ਹੈ, ਕੱਲ ਕਿਸੇ ਦੀ ਹੁੰਦੀ ਹੈ ਜੀ। ਸੋ ਇਸ ਕਰਕੇ ਮੈਨੂੰ ਬੜਾ ਦਿਸ਼ਾ ਕਲੀਅਰ ਹੈ ਗੁਰਬਾਣੀ ਤੋਂ ਜਿਹੜੀ ਗੱਲ ਸਮਝ ਆਉਂਦੀ ਹੈ ਵੀ ਅਸੀਂ ਆਪਣੀ ਜ਼ਮੀਰ ਨੂੰ ਜਵਾਬ ਦੇ ਹਾਂ, ਆਪਣੇ ਆਪ ਨੂੰ ਜਵਾਬ ਦੇ ਹੈਗੇ ਆ। ਤੇ ਮੈਂ ਆਪਣੇ ਵਿਦਿਆਰਥੀਆਂ ਨੂੰ ਵੀ ਇਹੀ ਪ੍ਰੇਰਨਾ ਕਰਦਾ ਔਰ ਆਪਣੇ ਅਧਿਆਪਕ ਵਿਗਿਆਨੀ ਸਾਥੀਆਂ ਵਿੱਚ ਵੀ ਮੈਂ ਜਦੋਂ ਕਿਤੇ ਗੱਲ ਕਰਦਾ ਇਹੀ ਗੱਲ ਕਰਿਆ ਕਰਦਾ ਕਿ ਆਪਾਂ ਐਵੇਂ ਡਰੀ ਜਾਂਦੇ ਆ। ਪ੍ਰੋਫੈਸਰ ਸੋਚੀ ਜਾਂਦਾ ਮੈਂ ਹੈਡ ਬਣਨਾ, ਚਲ ਕਾਹਨੂੰ ਬੋਲਣਾ। ਹੈਡ ਸੋਚੀ ਜਾਂਦਾ ਮੈਂ ਡੀਨ ਡਾਇਰੈਕਟਰ ਬਣਨਾ, ਕਾਹਨੂੰ ਬੋਲਣਾ। ਡੀਨ ਡਾਇਰੈਕਟਰ ਸੋਚੀ ਜਾਂਦਾ ਮੈਂ ਵਾਈਸ ਚਾਂਸਲਰ ਬਣਨਾ, ਤੇ ਵਾਈਸ ਚਾਂਸਲਰ ਸੋਚੀ ਜਾਂਦਾ ਮੈਂ ਚਾਂਸਲਰ ਬਣਨਾ। ਬਸ ਇਸੇ ਉਹ ਮਤਲਬ ਕਿ ਦੌੜ ਜੀ ਦੇ ਵਿੱਚ, ਮਾਇਆ ਦੀ ਦੌੜ ਵਿੱਚ ਜਿਹੜੇ ਦੋ ਫੁਲਕੇ ਖਾਣੇ ਹੁੰਦੇ ਨੇ, ਤੇ ਅਸੀਂ ਆਪਣੀ ਜ਼ਮੀਰ ਨੂੰ ਛੱਡ ਕੇ ਸੱਚ ਦੀ ਗੱਲ ਕਰਨ ਤੋਂ ਗੁਰੇਜ਼ ਕਰਦੇ ਰਹਿੰਦੇ ਆ। ਮੈਂ ਕੋਈ ਜਿਹੜਾ ਕੰਮ ਕੀਤਾ, ਮੈਂ ਜੇ ਅਵਾਰਡ ਵੀ ਮੋੜਿਆ, ਮੈਂ ਬਹੁਤ ਜਿਵੇਂ ਤੁਸੀਂ ਗੱਲ ਕੀਤੀ ਆਪਣੇ ਵੱਲੋਂ ਸਤਿਕਾਰ ਸਹਿਤ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਰੱਖੀਆਂ ਨੇ। ਤੇ ਮੈਂ ਸਾਰਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਵੀ ਇਹੀ ਪ੍ਰੇਰਨਾ ਦਿੰਦਾ, ਆਪਣੇ ਸਾਥੀਆਂ ਨਾਲ ਵੀ ਇਹੀ ਗੱਲ ਕਰਦਾ ਵੀ ਯਾਰ ਆਪਾਂ ਯਕੀਨ ਨਾ ਜਾਈਏ। ਮਤਲਬ ਕਿ ਸਰਕਾਰ ਜੇ ਗਲਤ ਹੈ, ਜੇ ਆਪਾਂ ਗੱਲ ਨਹੀਂ ਕਰਾਂਗੇ ਤਾਂ ਫਿਰ ਗੱਲ ਕੌਣ ਕਰੇਗਾ? ਸਾਨੂੰ ਗੱਲ ਕਰਨ ਦੀ ਹੀ ਤਨਖਾਹ ਮਿਲਦੀ ਹੈ। ਵਿਗਿਆਨੀਆਂ ਨੇ ਜੇ ਗੱਲ ਨਾ ਕੀਤੀ ਤੇ ਫਿਰ ਗੱਲ ਕਿਹਨੇ ਕਰਨੀ ਹੈ? ਸੋ ਇਹ ਸਾਡਾ ਨੈਤਿਕ ਫਰਜ਼ ਹੈ ਜੀ। ਪਰ ਸਮਾਜ 'ਚ ਬੜੀ ਵੱਡੀ ਗਿਰਾਵਟ ਆਈ ਹੈ। ਅਸੀਂ ਉਹ ਕ੍ਰਿਕਟ ਵਾਂਗੂ ਰੰਗ ਬਦਲਦੇ ਹਾਂ, ਸਰਕਾਰਾਂ ਬਦਲਦੀਆਂ ਰੰਗ ਬਦਲ ਲੈਂਦੇ ਹਾਂ। ਸੋ ਮੈਂ ਸਮਝਦਾ ਵੀ ਜਿਹੜੇ ਅਕਾਦਮਿਕ ਮਾਹਿਰ ਨੇ, ਇਹਨਾਂ ਨੂੰ ਮਤਲਬ ਕਿ ਸਿਆਸਤ ਤੋਂ ਪਾਸੇ ਰਹਿ ਕੇ ਸੱਚ ਦੀ ਗੱਲ ਟਣਕਾ ਕੇ ਕਰਨੀ ਚਾਹੀਦੀ ਹੈ। ਸਰਕਾਰ ਉਹਨੂੰ ਮੰਨੇ ਜਾਂ ਨਾ ਮੰਨੇ, ਸਾਡੀ ਫਰਜ਼, ਬਲਕਿ ਸਰਕਾਰ ਨੂੰ ਵੀ ਚਾਹੀਦਾ ਹੈ ਨਾ ਮੰਨਣ ਵੱਲ ਕਿਉਂ ਜਾਵੇ। ਉਹ ਵਿਦਵਾਨ, ਜਿਹੜੇ ਨਿਰਪੱਖ ਵਿਦਵਾਨ ਨੇ, ਜਿਨ੍ਹਾਂ ਦਾ ਕੰਮ ਦੇਸ਼ ਪ੍ਰਤੀ ਸਮਰਪਿਤ ਹੈ, ਉਹਨਾਂ ਦੀ ਗੱਲ ਨੂੰ ਵੇਟੇਜ ਦੇਣਾ ਚੰਗੀਆਂ ਸਰਕਾਰਾਂ ਦੇ ਲਈ। ਉਹ ਸਰਕਾਰ ਦਾ ਮਾਣ ਹੀ ਵੱਧਦਾ ਜੀ ਉਹਦੇ ਨਾਲ। ਸਰਕਾਰਾਂ ਦਾ ਪ੍ਰਬੰਧ ਕਰਦੇ ਆ। ਤੁਸੀਂ ਆਪਾਂ ਹੁਣ ਵਿਦੇਸ਼ਾਂ, ਤੁਸੀਂ ਵੀ ਬੈਠੇ ਹੋ, ਮੈਂ ਵੀ ਇੱਥੇ ਕੰਮ ਕਰਦਾ, ਮਤਲਬ ਕਿ ਇੱਕ ਪ੍ਰੋਫੈਸਰ ਦੀ ਵਿਦੇਸ਼ਾਂ 'ਚ ਕੰਮ ਕਰਦੇ ਆ, ਪਤਾ ਲੱਗਦਾ ਬੁੱਕਤ ਕਿੰਨੀ ਹੈ ਨਾ। ਉਹਦੇ ਕਹੇ ਹੋਏ ਲਿਖੇ ਹੋਏ ਸ਼ਬਦਾਂ ਨੂੰ ਕੋਈ ਉਲੱਦਦਾ ਨਹੀਂ ਹੈਗਾ, ਉਹਦੇ ਗੌਰ ਕੀਤਾ ਜਾਂਦਾ ਹੈ। ਪਰ ਸਾਡਾ ਭਾਰਤ ਇਹੋ ਜਿਹਾ ਦੇਸ਼ ਹੈ ਵੀ ਜਿੱਥੇ ਜਿਹੜਾ ਵਿਗਿਆਨੀ ਕੋਈ ਗੱਲ ਕਰਦਾ ਹੈ, ਕੋਈ ਇੰਟੈਲੈਕਚੁਅਲ ਗੱਲ ਕਰਦੇ ਨੇ, ਉਹਨਾਂ ਦੀ ਗੱਲ ਦੀ ਕੋਈ ਬੁੱਕਤ ਹੀ ਨਹੀਂ ਹੈਗੀ। ਇਹਦਾ ਕਾਰਨ ਹੈ ਵੀ ਇੰਟੈਲੈਕਚੁਅਲ ਵੀ ਖੁਦ ਵੀਕ ਨੇ, ਉਹਨਾਂ ਦੇ ਵਿੱਚ ਵੀ ਉਹ ਨਹੀਂ ਹੈਗੀ। ਉਹਨਾਂ ਨੂੰ ਇਸ ਗੱਲ ਨੂੰ ਵਿਚਾਰਨਾ ਚਾਹੀਦਾ। ਮੈਂ ਕੋਸ਼ਿਸ਼ ਕਰ ਰਿਹਾ ਜੀ ਇਹਦੇ ਉੱਤੇ ਚੇਤਨਤਾ ਪੈਦਾ ਕੀਤੀ ਜਾਵੇ। ਔਰ ਡਾਕਟਰ ਸਾਹਿਬ, ਆਖਰੀ ਹਿੱਸਾ ਪ੍ਰੋਗਰਾਮ ਦਾ, ਤੇ ਉਹ ਬੜਾ ਇੰਪੋਰਟੈਂਟ ਹੈ, ਬਹੁਤ ਮਹੱਤਵਪੂਰਨ ਹੈ। ਅਕਸਰ ਕਿਹਾ ਜਾਂਦਾ ਜੀ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀ ਲੋੜ ਹੈ, ਤੇ ਬਹੁਤ ਵਾਰੀ ਦਾਅਵਾ ਕੀਤਾ ਜਾਂਦਾ ਅਸੀਂ ਦਿਆਂਗੇ। ਪਤਾ ਨਹੀਂ ਜਿਨ੍ਹਾਂ ਨੇ ਦੇਣ ਦਾ ਦਾਅਵਾ ਕਰਨਾ ਉਹਨਾਂ ਨੇ ਦੇਣਾ ਕਿ ਨਹੀਂ ਦੇਣਾ। ਪਰ ਦੋ ਹਿੱਸਿਆਂ ਦੇ ਵਿੱਚ ਸਮਝਾ ਦਿਓ। ਪਹਿਲੀ ਗੱਲ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਉਹ ਕਿੱਦਾਂ ਦਾ ਰਾਜ ਸੀ ਜਿਹਦੀ ਅਸੀਂ ਉਮੀਦ ਕਰਦੇ ਹਾਂ ਕਿ ਦੁਬਾਰਾ ਆਵੇ। ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਸਮਝਣਾ। ਅਸੀਂ ਪੜ੍ਹ ਲੈਂਦੇ ਹਾਂ, ਅਸੀਂ ਕਹਿ ਦਿੰਦੇ ਹਾਂ, ਉਹ ਕਿੱਦਾਂ ਦਾ ਰਾਜ ਸੀ ਜਿਹਦੀ ਅਸੀਂ ਦੁਬਾਰਾ ਕਾਮਨਾ ਕਰਦੇ ਹਾਂ, ਤੇ ਉਹ ਕਿਵੇਂ ਆ ਸਕਦਾ? ਫੌਰੀ ਤੌਰ ਦੇ ਉੱਤੇ ਕੀ ਕਦਮ ਚੁੱਕੇ ਜਾ ਸਕਦੇ ਨੇ ਕਿ ਉਹਦੇ ਨਾਲ ਪੰਜਾਬ ਉੱਪਰਲੇ ਪਾਸੇ ਨੂੰ ਚੁੱਕਿਆ ਜਾਏ? ਆਪਾਂ ਨਾ ਇਹ ਸਵਾਲ ਬੜਾ ਕੀਮਤੀ ਔਰ ਮਹੱਤਵਪੂਰਨ ਹੈ। ਮੈਂ ਅੱਜ ਇਹਦੇ ਉੱਤੇ ਨਾ ਥੋੜੀਆਂ ਮੋਟੀਆਂ ਗੱਲਾਂ ਕਰਾਂਗਾ। ਜਿਵੇਂ ਆਪਾਂ ਗੱਲ ਸ਼ੁਰੂਆਤ ਕੀਤੀ, ਪੱਤਾ ਰੰਗ ਚਾਰਟ ਤੇ ਵੀ ਆਪਾਂ ਕਿਸਾਨਾਂ ਨਾਲ ਇੱਕ ਵੱਖਰਾ ਸੈਸ਼ਨ ਕਰਾਂਗੇ। ਇਹਦੇ ਉੱਤੇ ਵੀ ਮੈਂ ਦੇਖ ਰਿਹਾ ਘੜੀ ਬੜੀ ਰਫ਼ਤਾਰ ਨਾਲ ਚੱਲ ਰਹੀ ਹੈ, ਤੇ ਹੈ ਨਾ, ਉਹਨੇ ਆਪਣੀ ਘੰਟੀ ਵਜਾ ਦੇਣੀ ਹੈ। ਤੇ ਆਪਾਂ 5 ਮਿੰਟ ਉੱਪਰ ਕਰ ਲਾਂਗੇ ਜੀ। ਹਾਂ, ਇਹਦੇ ਉੱਤੇ ਆਪਾਂ ਇੱਕ ਡੈਡੀਕੇਟਡ ਸੈਸ਼ਨ ਵੀ ਕਰਾਂਗੇ। ਬਟ ਮੈਂ ਇਹਦੀਆਂ ਦੋਨੋਂ ਤੁਹਾਡੇ ਸਵਾਲਾਂ ਨੂੰ ਐਡਰੈਸ ਕਰਨ ਦਾ ਯਤਨ ਕਰਦਾ ਸੰਖੇਪ ਦੇ। ਦੇਖੋ, ਪਹਿਲੀ ਗੱਲ ਤਾਂ ਹੈਗੀ ਵੀ ਇਹ ਹੁਣ ਮਤਲਬ ਕਿ ਹਿਸਟਰੀ ਹੈਗੀ। ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੇ ਪਹਿਲੇ ਜਿਹੜੇ ਅੱਧ ਦੇ ਵਿੱਚ ਜਦੋਂ ਰਾਜ ਕੀਤਾ 1801 ਤੋਂ 49 ਤੱਕ, ਵੀ ਉਸ ਵਕਤ ਇਹ ਸੰਸਾਰ ਤੇ ਉਹਦੇ ਕੱਦ ਦਾ ਰਾਜਾ ਹੋਰ ਕੋਈ ਹੈ ਨਹੀਂ ਸੀਗਾ। ਇਹ ਇਸ ਕਰਕੇ ਨਹੀਂ ਕਿ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ ਤਾਂ ਕਹਿੰਦੇ ਆ, ਹਨਾ। ਇਹ ਤਾਂ ਹੁਣ ਦੁਨੀਆ ਮੰਨਦੀ ਹੈ ਇਸ ਗੱਲ ਨੂੰ। ਸਾਡੇ ਸਿਆਸਤਦਾਨ ਨਹੀਂ ਮੰਨਦੇ। ਸਾਡੇ ਸਿਆਸਤਦਾਨ ਤਾਂ ਇਸ ਰਾਜ ਨੂੰ ਸਾਡੀਆਂ ਕਿਤਾਬਾਂ ਵਿੱਚ ਨਹੀਂ ਪੜ੍ਹਾਉਂਦੇ ਵੀ ਕਿਤੇ ਆਪਣਾ ਪੜ੍ਹ ਲਿਆ, ਸਾਡਾ ਇਹ ਬੋਰੀ ਬਿਸਤਰਾ ਵਲੇਟ ਨਾ ਦੇਣ ਕਿਤੇ ਪੰਜਾਬੀ ਇਕੱਠੇ ਹੋ ਕੇ। ਮਤਲਬ ਕਿ ਉਹ ਰਾਜ ਕਿਹੋ ਜਿਹਾ ਸੀ ਉਹ ਪੜ੍ਹਾਇਆ ਹੀ ਨਹੀਂ ਜਾਂਦਾ ਸਾਡੇ ਕਿਤਾਬਾਂ ਦੇ ਵਿੱਚ। ਅਸੀਂ ਉਹ ਜ਼ਾਲਮਾਂ ਨੂੰ ਜਿਹੜੇ ਸਾਨੂੰ ਲੁੱਟਦੇ ਰਹੇ ਸਾਡੇ ਇਤਿਹਾਸ ਦੀਆਂ ਕਿਤਾਬਾਂ ਸਕੂਲਾਂ 'ਚ, ਉਹਨੂੰ ਹੀ ਪੜ੍ਹਾਈ ਜਾਂਦੇ। ਇਸੇ ਕਰਕੇ ਅੱਜ ਤੁਹਾਨੂੰ ਇਹ ਸਵਾਲ ਕਰਨਾ ਪਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀ। ਜੇ ਪੜ੍ਹਾਇਆ ਜਾਂਦਾ ਹੁੰਦਾ ਤਾਂ ਫਿਰ ਸਾਰਿਆਂ ਨੂੰ ਪਤਾ ਹੋਣਾ ਸੀ। ਸਵਾਲ ਤੁਹਾਨੂੰ ਪੁੱਛਣ ਦੀ ਲੋੜ ਹੀ ਨਹੀਂ ਸੀ ਪੈਣੀ। ਸੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹੋ ਜਿਹਾ ਸੀ ਕਿ 1809 ਦੇ ਜਦੋਂ ਪਹਿਲੀ ਸੰਧੀ ਹੁੰਦੀ ਹੈ, ਜਦੋਂ ਸਰ ਮੈਟਕੈਲਫ ਸੰਧੀ ਤੇ ਸਾਈਨ ਕਰਨ ਦੇ ਲਈ ਅੰਮ੍ਰਿਤਸਰ ਜਾਂਦੇ ਨੇ, ਤਾਂ ਉਸ ਵਕਤ ਜਦੋਂ ਉਹ ਸੰਧੀ ਸਾਈਨ ਹੁੰਦੀ ਹੈ ਤਾਂ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦੋ ਇਸ਼ੂਜ਼ ਤੇ ਕੰਮ ਕਰ ਰਹੇ ਸੀ। ਪਹਿਲਾ ਇਸ਼ੂ ਇਹ ਸੀਗਾ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਪੜ੍ਹਾ ਦੇਣਾ ਹੈ, ਔਰ ਦੂਸਰਾ ਇਸ਼ੂ ਇਹ ਸੀਗਾ ਵੀ ਹਰ ਇੱਕ ਨਾਗਰਿਕ ਦੇ ਅੰਦਰ ਇਮਾਨਦਾਰੀ ਪੈਦਾ ਕਰਨੀ ਹੈ ਔਰ ਦੇਸ਼ ਤੋਂ ਆਪਾ ਵਾਰਨ ਦੀ ਸਮਰੱਥਾ ਪੈਦਾ ਕਰਨੀ ਹੈ, ਉਹਦੀ ਫਿਜ਼ੀਕਲ ਫਿਟਨੈਸ ਔਰ ਉਹਨੂੰ ਸ਼ਸਤਰਾਂ ਦਾ ਅਭਿਆਸ ਕਰਾਉਣਾ, ਤਾਂ ਕਿ ਜੇ ਕਿਤੇ ਜ਼ਾਲਮ ਚੜ੍ਹ ਕੇ ਆਵੇ ਸਾਡਾ ਇੱਕ ਇੱਕ ਨਾਗਰਿਕ ਜਿਹੜਾ ਨਾ ਉਹ ਤੋਪ ਦੇ ਗੋਲੇ ਵਾਂਗੂ ਕੰਮ ਕਰੇ।
ਔਰ ਹਿਸਟਰੀ ਇਹ ਦੱਸਦੀ ਹੈ ਕਿ ਜਦੋਂ ਸਭਰਾਵਾਂ ਦੀ ਲੜਾਈ ਹੋਈ, ਅੰਗਰੇਜ਼ਾਂ ਨੇ ਆ ਕੇ ਪੰਜਾਬ ਨੂੰ ਉਹ ਫਿਰੋਜ਼ਪੁਰ ਥਾਈ ਮੁਦਕੀ ਤੋਂ ਐਂਟਰ ਕੀਤੇ ਨੇ, ਜਿੰਨੀ ਰਜਿਸਟੈਂਸ ਪੰਜਾਬ ਚੋਂ ਮਿਲੀ, ਪਿੰਡ ਪਿੰਡ ਚੋਂ ਮਿਲੀ, ਤੇ ਅੰਗਰੇਜ਼ ਡਾਕੂਮੈਂਟ ਕਰਦੇ ਨੇ ਇਹ ਗੱਲ ਕਿ ਸਾਰਾ ਭਾਰਤ ਅਸੀਂ ਲੁੱਟਿਆ, ਕਬਜ਼ਾ ਕੀਤਾ, ਬਟ ਇੰਨੀ ਰਜਿਸਟੈਂਸ ਸਾਨੂੰ ਕਿਤੋਂ ਵੀ ਪਿੰਡਾਂ ਚੋਂ ਨਹੀਂ ਸੀ ਮਿਲੀ। 1845 ਵਿੱਚ ਲਗਭਗ ਪੰਜਾਬ ਸਰਕਾਰ ਤੇ ਕਾਬਜ ਹੋ ਚੁੱਕੇ ਸੀ। 1849 ਦੀ ਆਖਰੀ ਜਦੋਂ ਝਟਕਾ ਇਹ ਮਾਰਦੇ ਨੇ, ਉਹ ਗੁਲਾਬ ਸਿੰਘ ਹੋਰਾਂ ਨੂੰ ਕਹਿੰਦੇ ਨੇ ਕਿ ਆਪਣੇ ਪੰਜਾਬੀਆਂ ਨੂੰ ਕਹੋ ਕਿ ਸਾਡੇ ਨਾਲ ਪੰਗਾ ਨਾ ਲੈਣ, ਤਾਂ ਉਹ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਿਸਟਮ ਇਦਾਂ ਦਾ ਡਿਵੈਲਪ ਕਰਤਾ ਸੀਗਾ, ਹਰੀ ਸਿੰਘ ਨਲੂਆ ਨੂੰ, ਇਹ ਪੰਚਾਇਤਾਂ ਆਜ਼ਾਦ ਨੇ, ਦੇਸ਼ ਦੇ ਹਮਲਾਵਰਾਂ ਦੇ ਉੱਤੇ ਇਹ ਆਪਣਾ ਡਿਸੀਜਨ, ਆਪਣਾ ਫੈਸਲਾ ਆਪ ਕਰ ਸਕਦੀਆਂ ਨੇ, ਸਾਡੀ ਦਖਲਅੰਦਾਜ਼ੀ ਕੰਮ ਨਹੀਂ ਆਉਣੀ। ਸੋ ਇਹ ਦੋ ਕੰਮ 1809 ਚ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕੀਤੇ ਸੀਗੇ, ਔਰ ਵਿੱਦਿਆ ਦੇ ਖੇਤਰ ਵਿੱਚ 1830 ਤੱਕ ਪੰਜਾਬ ਦਾ ਇੱਕ ਇੱਕ ਨਾਗਰਿਕ ਪੜ੍ਹਾ ਦਿੱਤਾ ਗਿਆ ਸੀ। ਬਿਲਕੁਲ ਲਗਭਗ 100% ਲਿਟਰੇਸੀ ਸੀ, ਜਿਹੜੀ ਕਿ ਲੈਟਨਰ, ਜਿਹੜਾ ਕਿ ਇੱਕ ਬਹੁਤ ਵੱਡਾ ਵਿਦਵਾਨ ਸੀਗਾ, ਔਰ ਹਾਈ ਕਮਿਸ਼ਨ ਔਨ ਐਜੂਕੇਸ਼ਨ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਸੀਗਾ, ਉਹਨੂੰ ਚੇਅਰ ਵੀ ਕਰਦਾ ਰਿਹਾ, ਫਾਊਂਡਰ ਸੀਗਾ ਯੂਨੀਵਰਸਿਟੀ ਆਫ ਲਾਹੌਰ ਦਾ, ਉਦੋਂ ਪਹਿਲਾਂ ਪ੍ਰਿੰਸੀਪਲ ਰਿਹਾ ਯੂਨੀਵਰਸਿਟੀ ਆਫ ਲਾਹੌਰ ਦਾ, ਔਰ ਕਿੰਗਸ ਕਾਲਜ ਲੰਡਨ ਦਾ ਪ੍ਰੋਫੈਸਰ ਸੀਗਾ। 50 ਭਾਸ਼ਾਵਾਂ ਪਾਣੀ ਵਾਂਗੂ ਬੋਲਦਾ ਸੀ, ਤੇ ਉਹਨੂੰ ਪੰਜਾਬ ਦੇ ਵਿੱਚ ਪੰਜਾਬ ਦਾ ਵਿਦਿਅਕ ਢਾਂਚਾ ਤਹਿਸ ਨਹਿਸ ਕਰਨ ਦੇ ਲਈ ਤਾਇਨਾਤ ਕੀਤਾ ਗਿਆ ਸੀ। ਉਹਦੀ ਕਿਤਾਬ ਜਿਹੜੀ ਹੈ ਹਿਸਟਰੀ ਆਫ ਇੰਡੀਜੀਨਸ ਐਜੂਕੇਸ਼ਨ ਸਿੰਸ ਅਨੈਕਸੇਸ਼ਨ ਐਂਡ ਇਨ 1882, ਉਹ ਬਹੁਤ ਇੰਪੋਰਟੈਂਟ ਡਾਕੂਮੈਂਟ ਹੈ, ਜਿਹੜਾ ਇਹ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਦਾ ਪੱਧਰ ਇਹ ਸੀਗਾ ਵੀ ਪੰਜਾਬ ਦੇ ਵਿੱਚ ਹਿੰਦੂਆਂ ਨੂੰ, ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਆਪਣਾ ਧਾਰਮਿਕ ਸਥਾਨ ਬਣਾਉਣ ਦੀ ਆਗਿਆ ਉਦੋਂ ਮਿਲਦੀ ਸੀ ਜੇ ਉਹ ਨਾਲ ਸਕੂਲ ਬਣਾਉਂਦੇ ਸੀ। ਜੇ ਤੁਸੀਂ ਮੰਦਿਰ ਬਣਾਉਣਾ ਹੈ, ਤੁਹਾਨੂੰ ਪਹਿਲਾਂ ਸਕੂਲ ਬਣਾਉਣਾ ਪੈਣਾ। ਜੇ ਤੁਸੀਂ ਮਸਜਿਦ ਬਣਾਉਣੀ ਹੈ, ਤੁਹਾਨੂੰ ਮਦਰਸਾ ਬਣਾਉਣਾ ਪੈਣਾ। ਸਿੱਖਾਂ ਦੇ ਉਦੋਂ ਗੁਰਦੁਆਰੇ ਨਹੀਂ ਸੀ ਹੁੰਦੇ, ਧਰਮਸ਼ਾਲਾ ਹੁੰਦੀ ਸੀ। ਜੇ ਧਰਮਸ਼ਾਲਾ ਬਣਾਉਣੀ ਹੈ ਤੇ ਤੁਹਾਨੂੰ ਸਕੂਲ ਖੜਾ ਕਰਨਾ ਪੈਣਾ ਹੈ। ਬਿਨਾਂ ਸਕੂਲ ਖੜਿਆ ਕੀਤਿਆਂ ਸਿੱਖ ਧਰਮਸ਼ਾਲਾ ਨਹੀਂ ਸੀ ਬਣਾ ਸਕਦੇ, ਹਿੰਦੂ ਮੰਦਿਰ ਨਹੀਂ ਸੀ ਬਣਾ ਸਕਦੇ, ਤੇ ਮੁਸਲਮਾਨ ਆਪਣੀ ਮਸਜਿਦ ਨਹੀਂ ਸੀ ਬਣਾ ਸਕਦੇ। ਪਰ ਉਹਨਾਂ ਨੂੰ ਆਪਣੇ ਢੰਗ ਨਾਲ ਬੱਚਿਆਂ ਨੂੰ ਪੜ੍ਹਾਉਣ ਦੀ ਖੁੱਲ੍ਹ ਸੀ ਕਿ ਦੇਖੋ ਇਹ ਕਿੱਡਾ ਵੱਡੀ ਸੋਚ ਸੀ 1809 ਦੇ ਵਿੱਚ। ਅੱਜ ਦੁਕਾਨਾਂ ਖੁੱਲੀਆਂ ਧਾਰਮਿਕ ਸਥਾਨਾਂ ਦੀਆਂ ਥਾਂ ਥਾਂ ਦੇ ਉੱਤੇ, ਤੇ ਸਕੂਲ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਬੁਰਾ ਹਾਲ ਹੈ। ਸੋ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀ ਜਿਹੜੀ ਹੈ ਕਿ ਫਾਊਂਡੇਸ਼ਨ ਸੀ। ਔਰ ਲੈਟਰ ਨੂੰ ਲਿਖਦਾ ਹੈ ਵੀ ਅਸੀਂ 1849 ਵਿੱਚ ਪੰਜਾਬ ਤੇ ਕਬਜ਼ਾ ਤਾਂ ਕਰ ਲਿਆ, ਪਰ ਪੰਜਾਬ ਨੂੰ ਅਸੀਂ ਮਤਲਬ ਕਿ ਜਿਸ ਤਰ੍ਹਾਂ ਨਾਲ ਅਸੀਂ ਸਾਰੇ ਭਾਰਤ ਨੂੰ ਲੁੱਟ ਖਸੁੱਟ ਕੀਤੀ ਆ, ਪੰਜਾਬ ਨੂੰ ਨਹੀਂ ਕਰ ਸਕਦੇ, ਕਿਉਂਕਿ ਪੰਜਾਬ ਦਾ ਵਿਦਿਅਕ ਢਾਂਚਾ ਬਹੁਤ ਸਟਰੋਂਗ ਸੀਗਾ। ਔਰ ਉਹਨੇ ਇਹ ਕਿਹਾ ਕਿ ਮੇਰੀ ਡਿਊਟੀ ਲੱਗੀ ਹੈ ਕਿ ਮੈਂ ਇਹਨੂੰ ਤਹਿਸ ਨਹਿਸ ਕਰਨਾ। ਤੇ ਉਹ ਕਹਿੰਦਾ ਹੈ ਮੈਨੂੰ 33 ਸਾਲ ਲੱਗੇ ਜੀ ਪੰਜਾਬ ਦਾ ਵਿਦਿਅਕ ਢਾਂਚਾ ਤਹਿਸ ਨਹਿਸ ਕਰਨ ਦੇ ਲਈ। ਕੀ ਬਾਤ। ਸੋ ਮਤਲਬ ਕਿ ਐਡਾ ਤਕੜਾ ਸੀ ਕਿ ਸਰਕਾਰ ਵੀ ਮਤਲਬ ਕਿ ਉਹਨੂੰ ਕੱਟਦੀ 3 ਦਹਾਕੇ ਲੱਗ ਗਏ ਮੈਨੂੰ ਮਤਲਬ ਕਿ ਖਤਮ ਕਰ ਦਿਆਂਦੀ। ਤੇ ਅੱਜ ਸਾਨੂੰ ਜਿਹੜੀ ਤੁਸੀਂ ਗੱਲ ਅਗਲਾ ਸਵਾਲ ਕੀਤਾ, ਸੋ ਇਹਦੇ ਉੱਤੇ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਆਪਾਂ ਕਿਤੇ ਉਹਨੀਆਂ ਹੋਰ ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ 2 ਵਾਰੀ ਕਾਤਲਾਨਾ ਹਮਲਾ ਹੋਇਆ। ਉਹਨੇ ਉਹਦੇ ਉੱਤੇ ਕਾਤਲਾਨਾ ਹਮਲਾ ਕਰਨ ਵਾਲੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ, ਹੈਨਾ। ਕਿ ਸੋਚੋ, ਬਾਕੀ ਤਾਂ ਗੱਲਾਂ ਛੱਡੋ, ਮੰਗੇ ਮਹਾਰਾਜੇ ਉੱਤੇ ਮਰਡਰ ਕਰਨ ਦਾ ਇਸ ਬੰਦੇ ਨੇ ਯਤਨ ਕੀਤਾ, ਉਹਨੂੰ ਵੀ ਜਿਹੜੀ ਕਿ ਗੱਲ ਡਾਕੂਮੈਂਟ ਹੈਗੀ ਆ, ਗੋਰਿਆਂ ਨੇ ਆਪ ਲਿਖੀ ਆ ਕਿ ਅਸੀਂ ਹੈਰਾਨ ਆ ਵੀ ਇਹੋ ਜਿਹਾ ਬਾਦਸ਼ਾਹ, ਮਤਲਬ ਕਿ ਇਹੋ ਜਿਹੀ ਉਹਦੀ ਆਪਣੀ ਪ੍ਰਜਾ ਪ੍ਰਤੀ ਦਇਆ ਦੀ ਭਾਵਨਾ। ਪਰ ਜੰਗੇ ਮੈਦਾਨ 'ਚ ਇਹੋ ਜਿਹੀ ਆਹੂ ਲਾਉਂਦਾ ਸੀ ਤੇ ਫਿਰ ਮੂਲੀਆਂ ਗਾਜਰਾਂ ਵਾਂਗੂ ਵੱਢ ਦਿੰਦਾ ਸੀ, ਪਰ ਏਦਾਂ ਨਹੀਂ, ਹੈ ਨਾ। ਮਤਲਬ ਕਿ ਜਿਵੇਂ ਅੱਜ ਦੀਆਂ ਸਰਕਾਰਾਂ ਨੇ ਹੱਥਿਆਂ ਤੇ ਜ਼ੁਲਮ ਕਰਦੀਆਂ ਨੇ, ਇਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਸੀ ਹੁੰਦੀ। ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਮਤਲਬ ਕਿ ਇੰਨਾ ਸਾਰਿਆਂ ਨੂੰ ਪਿਆਰ ਮਿਲਦਾ ਸੀ ਕਿ ਉਹ ਮਤਲਬ ਕਿ ਇੱਕ ਸਦਭਾਵਨਾ ਦਾ ਮਤਲਬ ਕਿ ਉਹ ਮਾਹੌਲ ਹੀ ਇਹੋ ਜਿਹਾ ਕਿ ਸਪਿਰਿਚੁਅਲ ਮਾਹੌਲ ਸੀਗਾ ਕਿ ਸਾਰੇ ਸਾਨੂੰ ਇੱਕ ਪ੍ਰਮਾਤਮਾ ਦੀ ਜੋਤ ਨਜ਼ਰ ਆਉਂਦੀ ਸੀ। ਔਰ ਸਾਡੀ ਆਰਥਿਕਤਾ ਇੱਥੇ ਖੜੀ ਸੀ ਕਿ ਇੰਗਲੈਂਡ, ਨਿਊਜ਼ੀਲੈਂਡ, ਅਮਰੀਕਾ, ਆਸਟ੍ਰੇਲੀਆ, ਜਾਪਾਨ, ਇਟਲੀ, ਇਹਨਾਂ ਦੇ ਨਾਗਰਿਕ ਸਾਡੇ ਕੋਲੇ ਆ ਕੇ ਨੌਕਰੀਆਂ ਕਰਦੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੁਨਸ਼ੀ ਲੱਗਣ ਦੇ ਲਈ ਗੋਰੇ ਤਰਸਿਆ ਕਰਦੇ ਸੀ ਕਿ ਉੱਥੇ ਸਾਨੂੰ ਕਲਰਕ ਦੀ ਨੌਕਰੀ ਮਿਲ ਜਾਵੇ, ਤੇ ਅੱਜ ਸਾਡਾ ਮੁੰਡਾ ਕੁੜੀ ਮਤਲਬ ਕਿ ਬਾਹਰ ਨੂੰ। ਸੋ ਇਹ ਗੱਲਾਂ ਨੇ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ। ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਦੱਸਿਓ, ਤੁਸੀਂ ਮੇਰੀ ਗੱਲ ਦੀ ਜਿਗਿਆਸਾ ਸ਼ਾਂਤ ਕਰਿਓ। ਮੇਰੇ ਵਰਗੀ ਜਿਗਿਆਸਾ ਸਾਰਿਆਂ ਦੇ ਹੋਊਗੀ। ਜੇ ਕੋਈ ਨਿਊਜ਼ੀਲੈਂਡ ਤੋਂ, ਇੰਗਲੈਂਡ ਤੋਂ ਆਣ ਕੇ ਮੁਨਸ਼ੀ ਲੱਗਦਾ ਸੀ ਤਾਂ ਫਿਰ ਤਾਂ ਡਾਲਰਾਂ ਦੇ ਵਿੱਚ ਤਨਖਾਹ ਹੁੰਦੀ ਸੀ। ਭਾਰਤੀ ਰੁਪਈਆ ਤਾਂ ਉਦੋਂ ਵੀ ਥੱਲੇ ਹੀ ਹੋਣਾ ਪੰਜਾਬ ਦਾ ਰੁਪਈਆ। ਨਹੀਂ ਜੀ ਨਹੀਂ, ਪੰਜਾਬ ਦਾ ਰੁਪਈਆ ਉਸ ਵੇਲੇ ਯੂਕੇ ਦੇ ਪਾਉਂਡ ਤੋਂ 12 ਤੋਂ 13 ਗੁਣਾ ਤੱਕ ਫਲਕਚੁਏਟ ਕਰਦਾ ਰਿਹਾ। 12-13 ਗੁਣਾ ਪੰਜਾਬ ਦੇ ਸਿੱਕੇ ਦੀ ਕੀਮਤ ਇੰਗਲੈਂਡ ਦੇ ਪਾਉਂਡ ਤੋਂ ਜ਼ਿਆਦਾ ਹੁੰਦੀ ਸੀ, ਜਿਹਦੀ ਕਿ ਪਾਉਂਡ ਅੱਜ 100 ਰੁਪਈਏ ਦੇ ਬਰਾਬਰ ਇੱਕ ਪਾਉਂਡ ਹੈ। ਤੁਸੀਂ ਦੇਖ ਸਕਦੇ ਹੋ ਮਤਲਬ ਕਿ ਸਾਡਾ ਵਿਰਸਾ ਕੀ ਸੀਗਾ। ਯਾਨੀ ਇੱਕ ਸਿੱਕੇ ਦੇ 12 ਪਾਉਂਡ ਮਿਲਦੇ ਸੀ ਉਦੋਂ ਜੀ, 12 ਤੋਂ 13 ਪਾਉਂਡ ਵੀ ਮਿਲਦੇ ਨੇ। ਕੀ ਬਾਤ ਹੈ ਜੀ। ਅੱਜ ਤੁਹਾਡੇ ਉਹ ਦੇਖੋ 100 ਰੁਪਈਆ ਮਿਲ ਜਾਂਦਾ ਤਾਂ ਉਹਨਾਂ ਦੇ 1 ਪਾਉਂਡ ਦਾ।
ਡਾਕਟਰ ਸਾਹਿਬ, ਮੈਨੂੰ ਇਹ ਲੱਗਦਾ ਕਿ ਅੱਜ ਤਾਂ ਸਮਾਂ ਸਮਾਪਤ ਹੈ। ਆਪਾਂ ਕਿਸੇ ਦਿਨ ਨਿੱਠ ਕੇ ਇਸ ਮੁੱਦੇ ਦੇ ਉੱਤੇ ਗੱਲ ਜਿਹੜੀ ਕਰਦੇ ਹਾਂ। ਅੱਜ ਤਾਂ ਇਹੀ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀ। ਕਿਸੇ ਦਿਨ 45-55 ਮਿੰਟ ਇਸੇ ਗੱਲ ਦੇ ਉੱਤੇ ਲਾਉਂਦੇ ਹਾਂ ਕਿ ਦੁਬਾਰਾ ਆਪਾਂ ਉੱਥੇ ਤੱਕ ਪਹੁੰਚਣਾ ਕਿੱਦਾਂ। ਤੁਸੀਂ ਕੋਈ ਢੰਗ ਤਰੀਕਾ ਜਰਬਾਂ ਤਕਸੀਮਾਂ ਜੀਆਂ ਕਾਗਜ਼ ਦੇ ਉੱਤੇ ਉਕੇਰ ਕੇ ਲੈ ਕੇ ਆਇਓ ਜੀ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਪਤਾ ਕੀ, ਜਿਹੜੀ ਆਪਾਂ ਆਹ ਗੱਲ ਕੀਤੀ ਹੈ, ਇਹੋ ਜੀ ਗੱਲ ਕਰਕੇ ਆਮ ਤੌਰ ਤੇ ਗੱਲ ਨੂੰ ਛੱਡ ਦਿੰਦੇ ਆ। ਇਹ ਤਾਂ ਗੱਲ ਦੀ ਅੱਜ ਤਾਂ ਬੰਨ ਨੂੰ ਬੰਨਿਆ ਵੀ ਆਪਾਂ ਜਾਣਾ, ਗੱਲ ਕਰਨੀ ਕਿਹਨੂੰ ਹੈ। ਤੁਸੀਂ ਤਾਂ ਅੱਜ ਤੈਅ ਕੀਤੀ ਹੈ, ਜਿਹਨੂੰ ਆਪਾਂ ਨੂੰ ਨੇੜੇ ਤੇੜੇ ਛੇਤੀ ਗੱਲ ਜ਼ਰੂਰ ਕਰੀਏ ਇਹਦੇ ਉੱਤੇ, ਕਿਉਂਕਿ ਇਹੀ ਮਹੱਤਵਪੂਰਨ ਹੈ। ਜੇ ਸਿਰਫ ਗੱਲ ਕਰਨ ਕਿ ਸਾਡਾ ਰਾਜ ਇਹੋ ਜਿਹਾ ਸੀ, ਇਹ ਗੱਲ ਨਹੀਂ। ਗੱਲ ਇਹ ਹੈ ਕਿ ਅਸੀਂ ਉਹਨੂੰ ਰਿਵਾਈਵ ਕਿਵੇਂ ਕਰਦੇ ਹਾਂ, ਆਪਣੀ ਵਿਰਾਸਤ ਮੁੜ ਸੁਰਜੀਤ ਕਿਵੇਂ ਕਰਾਂਗੇ, ਉਹਦੇ ਉੱਤੇ ਬੜਾ ਵੱਡਾ ਕੰਮ ਕਰਨ ਦੀ ਲੋੜ ਹੈ। ਔਰ ਆਤਮ ਪ੍ਰਕਾਸ਼ ਟੀਮ ਬਹੁਤ ਹੀ ਨਿੱਠ ਕੇ ਇਸ ਕੰਮ ਨੂੰ ਕਰਨ ਦੇ ਲਈ ਜੁਟੀ ਹੋਈ ਹੈ। ਤੇ ਤੁਸੀਂ ਆਪਣੇ ਰੁਝੇਵਿਆਂ ਜਿਸ ਤਰ੍ਹਾਂ ਸਮਾਂ ਬਣਿਆ, ਆਪਾਂ ਛੇਤੀ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਕਿ ਅਸੀਂ ਉਸ ਪੰਜਾਬ ਦੀ ਵਿਰਾਸਤ ਨੂੰ ਮੁੜ ਸੁਰਜੀਤ ਕਿਵੇਂ ਕਰ ਸਕਦੇ। ਮੈਂ ਸਮਝਦਾ ਕਿ ਅੱਜ ਕੱਲ੍ਹ ਜਿਹੜਾ ਮਾਹੌਲ ਭਖਿਆ ਹੋਇਆ ਨਾ ਆਹ ਵੋਟਾਂ ਵਾਲਾ, ਇਸ ਮਾਹੌਲ ਵਿੱਚ ਗੱਲ ਹੋ ਜਾਵੇ ਤਾਂ ਬਹੁਤ ਹੀ ਵਧੀਆ ਹੈ। ਤੇ ਸਾਡੀ ਗੱਲ ਨੂੰ ਸੁਣ ਕੇ ਜੇ ਸਾਡੇ ਜਿਹੜੇ ਸਿਆਸਤਦਾਨ ਨੇ ਕਿਤੇ ਆਪਣੇ ਮੈਨੀਫੈਸਟੋ 'ਚ ਗੱਲਾਂ ਸ਼ਾਮਲ ਹੀ ਕਰ ਲੈਣ ਤੇ ਸ਼ਾਇਦ ਕਿਤੇ ਚੱਲਦੇ ਚੱਲਦੇ ਪੰਜਾਬ ਦਾ ਭਲਾ ਹੋ ਜਾਵੇ, ਹਨਾ। ਤੇ ਇਸ ਕਰਕੇ ਮੈਂ ਸਮਝਦਾ ਵੀ ਆਪਾਂ ਇਹਨੂੰ ਛੇਤੀ ਜਿਹੜੀ ਤੇ ਮੁੜ ਚਰਚਾ ਕਰਾਂਗੇ। ਡਾਕਟਰ ਸਾਹਿਬ, ਆਪਾਂ 4 ਦਿਨਾਂ ਦੇ ਵਿੱਚ ਹੀ ਨਿਬੇੜਾਂਗੇ ਜੀ। ਤੇ ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਵੀ ਕਹਿੰਦਾ ਕਿ ਤੁਸੀਂ ਟਿੱਪਣੀਆਂ ਲਿਖ ਦਿਓ ਕਿ ਕੀ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਇਹ ਵਿਸ਼ੇਸ਼ਤਾਵਾਂ ਪਹਿਲਾਂ ਪਤਾ ਸੀ। ਤਾਂ ਜੇ ਪਤਾ ਸੀ ਤਾਂ ਵੀ ਲਿਖ ਦਿਓ, ਨਹੀਂ ਪਤਾ ਸੀ ਤਾਂ ਵੀ ਲਿਖ ਦਿਓ। ਤੇ ਦੂਸਰੀ ਗੱਲ, ਕੀ ਤੁਹਾਡੇ ਮਨ ਦੇ ਵਿੱਚ ਹੈਗਾ ਕਿ ਮਾੜਾ ਮੋਟਾ ਨੇੜ ਤੇੜ ਜੇ ਆਪਣਾ ਪੰਜਾਬ ਹੁਣ ਵੀ ਅੱਪੜ ਜਿਹਾ, ਕੋਈ ਮਾੜੀ ਗੱਲ ਥੋੜ੍ਹੀ ਹੈ। ਤੇ ਜੇ ਤਾਂ ਤੁਹਾਡੀਆਂ ਟਿੱਪਣੀਆਂ ਆ ਜਾਣਗੇ ਤਾਂ 4 ਦਿਨਾਂ ਦੇ ਵਿੱਚ ਕਿਵੇਂ ਬਣ ਸਕਦਾ ਪੰਜਾਬ ਦੁਬਾਰਾ ਉਸੇ ਤਰ੍ਹਾਂ ਦਾ ਜਾਂ ਨੇੜ ਤੇੜ, ਆਪਾਂ ਪ੍ਰੋਗਰਾਮ ਲੈ ਕੇ ਆਵਾਂਗੇ। ਡਾਕਟਰ ਸਾਹਿਬ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਡਾਕਟਰ ਵਰਿੰਦਰਪਾਲ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਮੁੱਖ ਭੂਮੀ ਵਿਗਿਆਨੀ ਦੀ ਭੂਮਿਕਾ ਨਿਭਾ ਰਹੇ ਨੇ। 3 ਵੱਖ-ਵੱਖ ਮੁੱਦਿਆਂ ਤੇ ਗੱਲ ਕੀਤੀ, ਤੀਸਰਾ ਤੁਹਾਡੇ ਸਾਹਮਣੇ ਆਪਾਂ ਖੁੱਲ੍ਹਾ ਛੱਡ ਦਿੱਤਾ ਤੇ ਉਹਦੀ ਗੱਲ 3-4 ਦਿਨਾਂ ਦੇ ਵਿੱਚ ਦੁਬਾਰਾ ਕਰਾਂਗੇ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ, ਤੁਸੀਂ ਆਪਦੇ ਵਿਚਾਰ ਜਿਹੜੇ ਜ਼ਰੂਰ ਦੇ ਦੇਣੇ। ਇੱਥੇ ਦਿਓ। ਪਰਮਵੀਰ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।